ਦੀ ਕਿਤਾਬ ਉਹਦਾ 41 ਅਧਿਆਇ ਉਹਦੀ 10 ਆਇਤ। ਯਸ਼ਾਇਆ ਨਬੀ ਦੀ ਕਿਤਾਬ ਚੈਪਟਰ 41 ਵਰਸ 10। हाँ जी। मत डर क्योंकि मैं तेरे संग हूँ। हालेलुया। मत डर क्योंकि मैं तेरे संग हूँ। इधर उधर मत ताक क्योंकि मैं तेरा परमेश्वर हूँ। हालेलुया। आगे बढ़ाएंगे। मैं तुझे दृढ़ करूँगा और तेरी सहायता करूँगा। दृढ़ करूँगा और तेरी सहायता करूँगा। अपने दरमी दाहिने हाथ से मैं तुझे संभाले रहूँगा। हालेलुया। सो ਅਸੀਂ ਪਿਛਲੇ ਦਿਨਾਂ 'ਚ ਸਿੱਖਦੇ ਆ ਰਹੇ ਹਾਂ ਕਿ ਖੁਦਾਵੰਦ ਖੁਦਾ ਸੱਚਮੁੱਚ ਆਪਣੇ ਲੋਕਾਂ ਦੀ ਰਾਖੀ ਕਰਦਾ ਆ ਜਾਂ ਕਿ ਉਸ ਗੱਲ ਦਾ ਕੋਈ ਭੇਤ ਜਿਹੜਾ ਆ ਹੋ ਰਿਹਾ, ਕਿਉਂਕਿ ਮਸੀਹਤ ਦੇ ਵਿੱਚ ਲੋਕਾਂ ਨੂੰ ਦਲੇਰ ਬਣਾਉਣ ਦੀ ਬਜਾਏ ਲੋਕਾਂ ਨੂੰ ਕਮਜ਼ੋਰ ਕਰਨ ਦੀਆਂ ਜਿਹੜੀਆਂ ਗੱਲਾਂ ਉਹ ਬਹੁਤੀਆਂ ਦੱਸੀਆਂ ਜਾਂਦੀਆਂ। ਉਹ ਯੁੱਧ ਜਿਹੜਾ ਖੁਦਾ ਨੇ ਸਾਨੂੰ ਲੜਨ ਦੇ ਲਈ ਬੁਲਾਇਆ, ਉਹ ਯੁੱਧ ਵੀ ਅਸੀਂ ਖੁਦਾ ਦੇ ਉੱਤੇ ਪਾਉਣ ਦਾ ਹੀ ਯਤਨ ਕਰਦੇ ਰਹਿੰਦੇ ਹਾਂ। ਖੁਦਾ ਨੇ ਕਿਸੇ ਵਿਸ਼ੇਸ਼ ਮਕਸਦ ਦੇ ਲਈ ਬੁਲਾਇਆ। ਅਸੀਂ ਪਿਛਲੇ ਦਿਨਾਂ 'ਚ ਬੜੇ ਬਰੀਕੀ ਦੇ ਨਾਲ ਇਹ ਗੱਲਾਂ ਨੂੰ ਸਿੱਖ ਚੁੱਕੇ ਹਾਂ। ਔਰ ਖੁਦਾ ਕਿਸੇ ਨੂੰ ਵਿਹਲਾ ਨਹੀਂ ਰਹਿਣ ਦਿੰਦਾ। ਆਦਮ ਤੋਂ ਲੈ ਕੇ ਯਿਸੂ ਮਸੀਹ ਤੱਕ, ਔਰ ਯਿਸੂ ਮਸੀਹ ਤੋਂ ਲੈ ਕੇ ਸਾਡੇ ਤੱਕ ਕਿਸੇ ਨੂੰ ਵੀ ਉਹਨੇ ਵਿਹਲਾ ਰਹਿਣ ਦਿੱਤਾ ਨਹੀਂ ਹੈ। ਔਰ ਖਾਸ ਗੱਲ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਵੀ ਉਹਨੇ ਵਿਹਲਾ ਰਹਿਣ ਦਿੱਤਾ ਨਹੀਂ ਹੈ। ਇਸ ਕਰਕੇ ਇੱਦਾਂ ਦੇ ਯੋਧਿਆਂ ਤੋਂ ਖੁਸ਼ ਹੋਈਦਾ ਵੀ ਕੰਮ ਚੰਗਾ ਡਟ ਕੇ ਕਰਦੇ ਆ। ਹਾਲੇਲੂਇਆ। ਸੋ ਕੰਮ ਜਿਹੜਾ ਵੀ ਪਰਮੇਸ਼ਵਰ ਨੇ ਬਖਸ਼ਿਆ ਹੈ ਉਹਨੂੰ ਕਿੱਦਾਂ ਕਰਨਾ ਪੈਣਾ? ਵਫਾਦਾਰੀ ਦੇ ਨਾਲ ਅਤੇ ਪੂਰਾ ਡਟ ਕੇ, ਪੂਰੇ ਜ਼ੋਰ ਦੇ ਨਾਲ। ਕਿਉਂਕਿ ਜਿੱਥੇ ਉਹਨੇ ਜਿਸਮਾਨੀ ਗੱਲਾਂ ਦੇ ਵਿੱਚ ਗੱਲ ਕੀਤੀ, ਮੈਂ ਤੇਰੇ ਹੱਥਾਂ ਦੇ ਕੰਮਾਂ ਦੇ ਵਿੱਚ ਤੈਨੂੰ ਕੀ ਦਊਂਗਾ ਭਲਾ। ਸੋ ਜਿਹੜੇ ਵਿਸ਼ਵਾਸ ਦੇ ਵਿੱਚ ਆ ਕੇ ਕੋਈ ਹੱਥੀਂ ਕੰਮ ਕਰਦੇ ਆ, ਜੇ ਉਸ ਕੰਮ ਨੂੰ ਵੀ ਖੁਦਾ ਦੀ ਬਖਸ਼ੀ ਹੋਈ ਰਹਿਮਤ ਦੇ ਅਨੁਸਾਰ ਵਫਾਦਾਰੀ ਦੇ ਨਾਲ ਕਰਦੇ ਆ, ਅਤੇ ਖੁਦਾ ਕੀ ਕਰਦਾ ਆ? ਉਹਨਾਂ ਦੇ ਹੱਥਾਂ ਦੇ ਕੰਮਾਂ ਦੇ ਵਿੱਚ ਉਹਨਾਂ ਨੂੰ ਬਰਕਤ ਦਿੰਦਾ ਹੈ। ਅਤੇ ਹੱਥਾਂ ਦੇ ਕੰਮਾਂ ਦੇ ਵਿੱਚ ਜਿਹੜੇ ਚਾਹੁੰਦੇ ਆ ਬਰਕਤ ਲੈਣੀ, ਉਹ ਹੱਥਾਂ ਦੇ ਕੰਮਾਂ ਦੇ ਉੱਤੇ ਹੀ ਭਰੋਸਾ ਰੱਖਣੇ। ਇਸ ਤੋਂ ਅੱਗੇ ਜਾਣਾ, ਇਸ ਤੋਂ ਜਾਣਾ ਨਹੀਂ। ਕਿਉਂਕਿ ਅਗਰ ਅਸੀਂ ਕੁਛ ਗਲਤ ਫਲਤ ਕਰਕੇ ਇਸ ਸੰਸਾਰ ਦੀ ਦੌਲਤ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ, ਅਤੇ ਫਿਰ ਸੰਸਾਰ ਦੇ ਲੋਕਾਂ ਦੇ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ ਆ। ਅਤੇ ਫਿਰ ਸੰਸਾਰ ਦੇ ਲੋਕ ਅਤੇ ਅਸੀਂ ਇੱਕੋ ਹੀ ਸਮਾਨ ਆ। ਅਤੇ ਫਿਰ ਜੈਸੀ ਉਹਨਾਂ ਦੇ ਲਈ ਸੋਚ ਆ ਵੈਸੀ ਹੀ ਸਾਡੇ ਲਈ ਵੀ ਆ, ਔਰ ਜੈਸੀ ਉਹਨਾਂ ਦੇ ਲਈ ਸਜ਼ਾ ਆ ਫਿਰ ਸਾਡੇ ਲਈ ਵੀ ਉਹੀ ਸਜ਼ਾ ਆ। ਕਿਉਂਕਿ ਖੁਦਾ ਕਿਸੇ ਦਾ ਪਕਸ਼ਪਾਤ ਕਰਦਾ, ਖੁਦਾ ਕਿਸੇ ਦਾ ਪਕਸ਼ਪਾਤ ਨਹੀਂ ਕਰਦਾ। ਸੋ ਅਸੀਂ ਇੱਕ ਗੱਲ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ ਆ, ਖੁਦਾ ਨੇ ਸਾਨੂੰ ਸਾਰਿਆਂ ਨੂੰ ਕਿਸੇ ਵਿਸ਼ੇਸ਼ ਕੰਮ ਦੇ ਲਈ ਬੁਲਾਇਆ ਹੈ। ਸਾਨੂੰ ਸਾਰਿਆਂ ਨੂੰ ਕਿਸੇ ਵਿਸ਼ੇਸ਼ ਕੰਮ ਦੇ ਲਈ ਬੁਲਾਇਆ ਹੈ, ਔਰ ਉਹ ਕੰਮ ਇੱਕ ਨਹੀਂ ਆ। ਹਰੇਕ ਬੰਦੇ ਨੂੰ ਜਿਹਨੂੰ ਵੀ ਬੁਲਾਇਆ ਆ ਉਹਨੂੰ ਖੁਦਾ ਨੇ ਇੱਕ ਅਲੱਗ ਕੰਮ ਦਿੱਤਾ ਹੈ। ਯਰਮਾਇਆ ਨਬੀ ਦੇ ਜੀਵਨ ਉੱਤੇ ਦੇਖੀਏ ਤਾਂ ਉਹ ਸਾਰੀ ਜ਼ਿੰਦਗੀ ਰੋਂਦਾ ਹੀ ਰਿਹਾ। ਉਹਨੂੰ ਜਦੋਂ ਤੁਸੀਂ ਪੜ੍ਹਦੇ ਹੋ, ਉਹਦੀ ਸਟੱਡੀ ਕਰਦੇ ਤਾਂ ਕੀ ਸਾਨੂੰ ਪਤਾ ਲੱਗਦਾ ਹੈ? ਉਹ ਖੁਦਾ ਦੀ ਪ੍ਰਜਾ ਦੇ ਲਈ, ਇਸਰਾਇਲ ਦੀ ਪ੍ਰਜਾ ਦੇ ਲਈ ਅਥਰੂ ਬਹਾ ਰੋਂਦਾ ਹੀ ਰਿਹਾ। ਉਹਦਾ ਕੰਮ ਹੀ ਇਹ ਸੀ, ਉਹ ਆਪਣੇ ਕੰਮ ਨੂੰ ਸਮਝ ਗਿਆ ਸੀਗਾ ਕਿ ਮੈਂ ਇਸਰਾਇਲ ਦੇ ਲਈ, ਖੁਦਾ ਦੀ ਪ੍ਰਜਾ ਦੇ ਲਈ ਕੀ ਕਰਨਾ ਭਲਾ? ਅਥਰੂ ਬਹਾਉਣੇ। ਇਸ ਕਰਕੇ ਤੁਸੀਂ ਕੁਛ ਨਹੀਂ ਕਰ ਸਕਦੇ ਅਤੇ ਰੋ ਹੀ ਲਿਆ ਕਰੋ। ਹੱਸਣਾ ਤਾਂ ਮੁਸ਼ਕਿਲ ਆ, ਅਤੇ ਕੀ ਕਰਿਆ ਕਰੋ ਭਲਾ? ਹਾਂਜੀ, ਫਿਰ ਹੱਸਿਆ ਕਰੋ। ਕਿਉਂਕਿ ਉਹ ਵੀ ਲਿਖਿਆ ਪ੍ਰਭੂ ਵਿੱਚ ਸਦਾ ਆਨੰਦਿਤ ਰਹੋ। ਫਿਰ ਕਹਿੰਦਾ ਮੈਂ ਆਨੰਦਿਤ ਰਹੋ। ਉਹਨੇ ਖੁਸ਼ ਰਹਿਣ ਦੇ ਲਈ ਵੀ ਕਿਹਾ। ਜੇ ਤੁਹਾਨੂੰ ਰੋਣਾ ਨਹੀਂ ਆਉਂਦਾ ਤਾਂ ਫਿਰ ਕੀ ਕਰਿਆ ਕਰੋ ਭਲਾ? ਆਨੰਦਿਤ ਰਿਹਾ ਕਰੋ। ਯਾਨੀ ਕਿ ਕੁਛ ਨਾ ਕੁਛ ਕੰਮ ਉਹਨੇ ਦਿੱਤਾ ਹੈ, ਬਖਸ਼ਿਆ ਹੈ, ਅਤੇ ਉਸ ਕੰਮ ਨੂੰ ਕੀ ਕਰਨਾ ਹੈ? ਪੂਰੀ ਵਫਾਦਾਰੀ ਦੇ ਨਾਲ ਕਰਨਾ। ਯਸ਼ਾਇਆ ਨਬੀ ਦਾ ਜਿਹੜਾ ਸਿਸਟਮ ਸੀਗਾ ਉਹ ਹੋਰ ਸੀਗਾ, ਯਰਮਾਇਆ ਦਾ ਹੋਰ ਸੀ, ਡੈਨੀਅਲ ਦਾ ਹੋਰ ਸੀ, ਅਤੇ ਹਿਜਕੀਏਲ ਦਾ ਹੋਰ ਸੀ। ਸੋ ਯੂਹੰਨਾ ਦਾ ਵੀ ਇੱਕ ਦਰਸ਼ਨ ਸੀ, ਔਰ ਯੂਹੰਨਾ ਦੇ ਲਈ ਵੀ ਖੁਦਾ ਦੀ ਯੋਜਨਾ ਸੀ, ਅਤੇ ਯੂਹੰਨਾ ਦਾ ਸਾਰਾ ਸਿਸਟਮ ਹੀ ਕੁਛ ਹੋਰ ਸੀ। ਉਹਨੂੰ ਇਸ ਲਈ ਭੇਜਿਆ ਗਿਆ ਕਿ ਇਸਰਾਇਲ ਦੇ ਲੋਕਾਂ ਨੂੰ, ਯਰਮਾਇਆ ਨੂੰ ਇਸ ਲਈ ਭੇਜਿਆ ਕਿ ਉਹ ਇਸਰਾਇਲ ਦੀ ਪ੍ਰਜਾ ਦੇ ਲਈ ਰੋਵੇ, ਅਤੇ ਯੂਹੰਨਾ ਬਪਤਿਸਮਾ ਦਾਤਾ ਨੂੰ ਇਸ ਲਈ ਭੇਜਿਆ ਗਿਆ ਵੀ ਇਹਨਾਂ ਦੀ ਛਿੱਲ ਲਾਵੇ। ਕੀ ਕਰੇ ਭਲਾ? ਇਹ ਇਸ ਲਈ ਭੇਜਿਆ ਗਿਆ ਵੀ ਤੂੰ ਇਹਨਾਂ ਦਾ ਕੋਈ ਲਿਹਾਜ਼ ਨਹੀਂ ਕਰਨਾ। ਤੇਰੇ ਅੱਗੇ ਰਾਜਾ ਵੀ ਆਵੇ ਨਾ, ਅਤੇ ਤੈਨੂੰ ਲੱਗੇ ਕਿ ਉਹਦੇ ਵਿੱਚ ਕੋਈ ਪਾਪ ਆ, ਅਤੇ ਚੁਗਲੀ ਨਹੀਂ ਕਰਨੀ। ਲੋਕਾਂ ਨੇ ਦੱਸਣਾ ਰਾਜਾ ਬੜਾ ਮਾੜਾ ਆ। ਕੀ ਕਹਿਣਾ ਭਲਾ? ਰਾਜਾ ਵੀ ਮੂੰਹ 'ਤੇ ਆਏ ਤਾਂ ਉਹਨੂੰ ਕੀ ਕਹਿਣਾ ਭਲਾ? ਤੂੰ ਦੁਸ਼ਟ ਆ। ਇਸ ਕਰਕੇ ਉਹਨੇ ਹੈਰੋਦਿਆਸ ਦਾ ਵੀ ਲਿਹਾਜ਼ ਕੀਤਾ
ਬੇਸ਼ੱਕ ਬਦਲੇ 'ਚ ਉਹਦੀ ਗਰਦਨ ਲਾ ਦਿੱਤੀ ਗਈ, ਪਰ ਉਹਨੇ ਬਾਦਸ਼ਾਹ ਦਾ ਵੀ ਲਿਹਾਜ਼ ਕੀਤਾ ਨਹੀਂ। ਉਹ ਭੇਜਿਆ ਇਸ ਕਰਕੇ ਗਿਆ ਸੀ ਚਾਪਲੂਸੀਆਂ ਕਰਨ ਵਾਸਤੇ। ਸਾਡੇ ਲਈ ਤੇ ਅੱਜ ਕੱਲ੍ਹ ਕੋਈ ਜਿਹੜੇ ਵਿਚਾਰੇ ਪਾਦਰੀ ਲੋਕ ਰੋਟੀ ਪਾਣੀ ਲਈ ਸੇਵਾ ਕਰਦੇ ਆ, ਉਹਨਾਂ ਤੇ ਕੋਈ ਮੰਤਰੀ ਸੰਤਰੀ ਆਏ ਤਾਂ ਆਪਣੀ ਕੁਰਸੀ ਛੱਡ ਕੇ ਖੜੇ ਹੋ ਜਾਂਦੇ ਆ। ਸੇਵਕ ਨੂੰ ਇਹ ਵੀ ਅਹਿਸਾਸ ਨਹੀਂ ਗਾ ਕਿ ਜਿਹੜੀ ਕੁਰਸੀ ਤੈਨੂੰ ਰੱਬ ਨੇ ਦਿੱਤੀ ਆ, ਉਸ ਕੁਰਸੀ ਦੇ ਉੱਤੇ ਪਰਮੇਸ਼ਵਰ ਦਾ ਅਭਿਸ਼ਿਕਤ ਦਾਸ ਹੀ ਬਹਿ ਸਕਦਾ ਆ। ਉਹਦੇ ਉੱਤੇ ਕੋਈ ਰਾਜਾ ਮਹਾਰਾਜਾ ਬੈਠ ਸਕਦਾ, ਰਾਜਾ ਮਹਾਰਾਜਾ ਨਹੀਂ ਬੈਠ ਸਕਦਾ। ਔਰ ਬਦਕਿਸਮਤੀ ਨਾਲ ਅਸੀਂ ਦੇਖਦੇ ਕਈ ਵਾਰੀ ਸਟੇਜਾਂ ਦੇ ਉੱਤੇ ਕਿ ਖੁਦਾ ਦੀ ਤਖਤ ਲੱਗਿਆ ਹੁੰਦਾ ਆ, ਉੱਥੇ ਕੋਈ ਨੇਤਾ ਆ ਜਾਂਦਾ ਹੈ ਤੇ ਪਾਸਟਰ ਲੋਕ ਆਪਣੀ ਜਗ੍ਹਾ ਛੱਡ ਕੇ ਉਹਨੂੰ ਉਸ ਜਗ੍ਹਾ ਦੇ ਉੱਤੇ ਬਿਠਾ ਦਿੰਦੇ ਆ। ਸਾਡੇ ਨਾਲੋਂ ਦੂਜੀਆਂ ਕੌਮਾਂ ਦੇ ਲੋਕ ਇਸ ਚੀਜ਼ ਦੇ ਵਿੱਚ ਜ਼ਿਆਦਾ ਜਾਗਰੂਕ ਆ। ਸਿੱਖਾਂ ਦੇ ਗੁਰਦੁਆਰੇ ਦੇ ਵਿੱਚ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਆ ਜਾਵੇ, ਭਾਵੇਂ ਰਾਸ਼ਟਰਪਤੀ ਆ ਜਾਵੇ, ਤੇ ਭਾਵੇਂ ਅਮਰੀਕਾ ਦਾ ਰਾਸ਼ਟਰਪਤੀ ਕਿਉਂ ਨਾ ਆ ਜਾਵੇ, ਬੈਠੂਗਾ ਕਿੱਥੇ ਭਲਾ? ਹਾਂਜੀ, ਕਿੱਥੇ ਬੈਠੂਗਾ ਜੀ? ਪੁੰਜੇ ਹੀ ਬੈਠੂਗਾ। ਪੋਜੀਸ਼ਨ ਦੇਖੀ ਨਹੀਂ ਜਾਂਦੀ ਉੱਥੇ ਕੌਣ ਆ, ਕਿਉਂ? ਉਹਨਾਂ ਨੇ ਸਿੱਧ ਕੀਤਾ ਖੁਦਾ ਦੀ ਹਜ਼ੂਰੀ ਦੇ ਵਿੱਚ ਜਿਹੜਾ ਵੀ ਬੰਦਾ ਆਉਣਾ ਚਾਹੁੰਦਾ ਆ ਉਹਨੂੰ ਝੁੱਕ ਕੇ ਬਹਿਣਾ, ਉਹਨੂੰ ਝੁੱਕ ਕੇ ਬਹਿਣਾ ਪੈਣਾ। ਇਹਦਾ ਮਤਲਬ ਸਾਡੇ ਨਾਲ ਜ਼ਿਆਦਾ ਅਕਲ ਆ। ਮਸਜਿਦ ਵਿੱਚ ਜਾ ਕੇ ਵੀ ਤੁਸੀਂ ਮੌਲਵੀ ਦੇ ਬਰਾਬਰ ਨਹੀਂ ਬਹਿ ਸਕਦੇ, ਭਾਵੇਂ ਕਿੱਡਾ ਵੀ ਪਾਵਰਫੁਲ ਹੋਵੇ ਬੰਦਾ, ਕੁਛ ਵੀ ਹੋਵੇ। ਕਿਉਂ? ਕਿਉਂਕਿ ਸਾਡੇ ਨਾਲੋਂ ਉਹਨਾਂ ਨੂੰ ਜ਼ਿਆਦਾ ਅਕਲ ਆ। ਤੇ ਤੁਸੀਂ ਆਮ ਦੇਖਿਆ ਹੋਊਗਾ ਕ੍ਰਿਸਚਨਾਂ ਦੀਆਂ ਸਟੇਜਾਂ ਦੇ ਉੱਤੇ ਆ ਕੇ ਆਮ ਇੱਕ ਵਿਚਾਰਾ ਮਾੜਾ ਮੋਟਾ ਜਿਹੜਾ MLA ਜਿਹਾ ਹੁੰਦਾ ਉਹ ਵੀ ਆ ਕੇ ਬਹਿ ਜਾਂਦਾ ਹੈ। ਇੱਕ ਸਿਪਾਹੀ ਆ ਜਾਵੇ ਤਾਂ ਅਸੀਂ ਉਹਨੂੰ ਵੀ ਲਿਆ ਕੇ ਉਹਦੀ ਆਪਣੀ ਜਗ੍ਹਾ ਦੇ ਉੱਤੇ ਬਰਾਬਰ ਬਿਠਾ ਲੈਂਦੇ। ਕਿਉਂ? ਕਿਉਂਕਿ ਅਕਲ ਨਹੀਂ ਹੈ, ਸਮਝ ਨਹੀਂ ਹੈ। ਇਸ ਕਰਕੇ ਅਸੀਂ ਇਹ ਗਲਤੀਆਂ ਕਰਦੇ ਹਾਂ। ਲੇਕਿਨ ਧਿਆਨ ਰੱਖਣਾ, ਪਰਮੇਸ਼ਵਰ ਨੇ ਹਰੇਕ ਬੰਦੇ ਨੂੰ ਇੱਕ ਖਾਸ ਕੰਮ ਦਿੱਤਾ ਹੈ। ਉਸ ਕੰਮ ਨੂੰ ਕਿੱਦਾਂ ਕਰਨਾ ਭਲਾ? ਵਫਾਦਾਰੀ ਦੇ ਨਾਲ ਨਿਭਾਉਂਦੇ ਜਾਣਾ ਆ। ਔਰ ਹਰੇਕ ਨੂੰ ਇੱਕ ਸੇਵਾ ਆ। ਜਿੱਦਾਂ ਅਸੀਂ ਦੇਖਿਆ ਕਿ ਯੂਹੰਨਾ ਨੂੰ ਜਿਹੜੀ ਸੇਵਾ ਦਿੱਤੀ ਗਈ ਉਹਦੇ 'ਚ ਉਹਨੇ ਕੋਈ ਲਿਹਾਜ਼ ਕੀਤਾ? ਉਹਦੇ 'ਚ ਕੋਈ ਲਿਹਾਜ਼ ਨਹੀਂ ਕੀਤਾ। ਤੇ ਲਿਹਾਜ਼ ਤੇ ਫਿਰ ਯਿਸੂ ਮਸੀਹ ਨੇ ਵੀ ਨਹੀਂ ਕੀਤਾ। ਹਾਂਜੀ, ਲਿਹਾਜ਼ ਫਿਰ ਯਿਸੂ ਮਸੀਹ ਨੇ ਵੀ ਨਹੀਂ ਕੀਤਾ। ਕਹਿੰਦਾ ਹੇ ਫਕੀਓ ਫਰੀਸੀਓ ਤੁਹਾਡੇ ਉੱਤੇ ਹਾਏ। ਕਿੱਦਾਂ ਕਿਹਾ ਜੀ ਭਲਾ? ਤੁਹਾਡੇ ਉੱਤੇ। ਤੇ ਅੱਜ ਜੇ ਅਸੀਂ ਕਿਸੇ ਉੱਤੇ ਹਾਏ ਪਾ ਦਈਏ ਤੇ ਕਹਿੰਦੇ ਹਾਂ ਹਾਏ ਤੁਹਾਡੇ ਉੱਤੇ। ਹਾਂਜੀ, ਹਾਂ, ਜੇ ਅਸੀਂ ਕਿਸੇ ਤੇ ਹਾਏ ਪਾ ਦਈਏ ਨਾ ਉਹਦੇ ਦੁਸ਼ਕਰਮਾਂ ਨੂੰ ਦੇਖ ਕੇ, ਤੇ ਉਹ ਤਾਂ ਤੁਹਾਡੇ ਉੱਤੇ ਕਹਿੰਦੇ ਹਾਏ ਆ। ਕਿਉਂਕਿ ਤੁਸੀਂ ਕੀ ਕਰਦੇ ਆ? ਤੁਹਾਨੂੰ ਇਹ ਹੱਕ ਨਹੀਂ ਦਿੱਤਾ ਕਿ ਤੁਸੀਂ ਕਿਸੇ ਉੱਤੇ ਦੋਸ਼ ਲਾਓ, ਹੈ ਨਾ। ਬਸ ਇਹੀ ਇੱਕ ਇਹਨਾਂ ਨੇ ਆਇਤ ਫੜੀ ਹੋਈ ਹੈ ਕਿ ਤੁਸੀਂ ਕਿਸੇ ਉੱਤੇ ਦੋਸ਼ ਨਾ ਲਾਓ, ਕਿਉਂਕਿ ਤੁਹਾਡੇ ਕੋਲ ਦੋਸ਼ ਲਾਉਣ ਦਾ ਹੱਕ ਨਹੀਂ ਹੈ। ਔਰ ਪਿਛਲੇ ਦਿਨਾਂ ਵਿੱਚ ਅਸੀਂ ਉਸ ਗੱਲ ਨੂੰ ਕਲੀਅਰ ਕਰ ਦਿੱਤਾ ਸੀਗਾ। ਹਰ ਉਹ ਸ਼ਖਸ ਜਿਹਨੂੰ ਖੁਦਾ ਨੇ ਆਪਣੀ ਸੇਵਕਾਈ ਦੇ ਲਈ ਬੁਲਾਇਆ, ਉਹਦੇ ਕੋਲ ਅਧਿਕਾਰ ਆ ਕਿ ਕਿਸੇ ਦਾ ਵੀ ਨਿਆਂ ਕਰ ਸਕਦਾ। ਕੀ ਕਰ ਸਕਦਾ ਭਲਾ? ਉਹ ਕਿਸੇ ਦਾ ਵੀ ਨਿਆਂ ਕਰਨ ਦਾ ਉਹਦੇ ਕੋਲ ਅਧਿਕਾਰ ਹੈ। ਇਸੇ ਲਈ ਬੁਲਾਇਆ ਗਿਆ ਆ। ਖੁਦਾ ਨੇ ਆਪਣਾ ਤਖਤ ਉਹਨੂੰ ਇਸ ਲਈ ਦਿੱਤਾ ਆ ਕਿ ਉਹ ਕਿਸੇ ਦਾ ਵੀ ਨਿਆਂ ਕਰ ਸਕਦਾ ਹੈ। ਔਰ ਉਹਨੂੰ ਬੜੀ ਬਰੀਕੀ ਦੇ ਵਿੱਚ ਅਸੀਂ ਖੋਲ੍ਹ ਕੇ ਦੱਸਿਆ ਸੀ। ਲੇਕਿਨ ਕਿਉਂਕਿ ਸਾਡੇ ਲੋਕਾਂ ਨੂੰ ਅਗਿਆਨਤਾ ਹੈ, ਇਸ ਕਰਕੇ ਇਹਨਾਂ ਨੂੰ ਵਚਨ ਦੀ ਸਮਝ ਨਾ ਹੋਣ ਦਾ ਕਰਕੇ ਇਹ ਵਿਚਾਰੇ ਇੱਕ ਅੱਧੀ ਲਾਈਨ ਨੂੰ ਫੜ ਕੇ ਤੇ ਉਹਦੇ ਉੱਤੇ ਬਸ ਨਿਕਲ ਤੁਰਦੇ ਆ। ਤੇ ਉਸ ਤੋਂ ਅੱਗੇ ਇਹਨਾਂ ਨੂੰ ਆਉਂਦਾ ਕੁਛ ਨਹੀਂ ਹੈ। ਤੇ ਵੈਸੇ ਵੀ ਇਸ ਤੋਂ ਅੱਗੇ ਇਹਨਾਂ ਦੀ ਸੋਚ ਵੀ ਨਹੀਂ ਹੈ। ਲੇਕਿਨ ਖੁਦਾ ਨੇ ਕਿਹਾ ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਓ। ਕਿਹਨਾਂ ਦੀ ਭਲਾ? ਸਿਰਫ ਆਸ਼ੀਸ਼ਾਂ ਬਰਕਤਾਂ ਦੀਆਂ ਗੱਲਾਂ ਦੀ ਨਹੀਂ, ਬਲਕਿ ਕਿਹੜੀਆਂ ਗੱਲਾਂ ਦੀ? ਸਾਰੀਆਂ ਗੱਲਾਂ ਦੀ ਪਾਲਣਾ। ਸਾਰੀਆਂ ਗੱਲਾਂ ਵਿੱਚ ਫਿਰ ਕੀ ਆਉਂਦਾ ਆ? ਨੰਬਰ 1 ਸੁਣੋ, ਇੱਕ ਤੇ ਖੁਦਾ ਦਾ ਵਾਅਦਾ ਕਿ ਤੂੰ ਨਾ ਡਰ। ਪਹਿਲਾ ਸ਼ਬਦ ਕੀ ਆ ਗਿਆ ਭਲਾ? ਤੂੰ ਡਰ ਨਾ। ਤੇ ਜੇ ਹੁਣ ਮਸੀਹੀ ਬੰਦਾ ਡਰਦਾ ਹੈ ਤੇ ਹਾਂਜੀ, ਤੇ ਡਰ ਕਿਹੋ ਜਿਹਾ ਹੁੰਦਾ ਹੈ? ਡਰ ਕਿੰਨੀ ਪ੍ਰਕਾਰ ਦਾ? ਹੋਰ ਬੋਲੋ ਆਪਣਾ ਵਿਚਾਰ ਦਿਓ। ਆਪਾਂ ਸਿੱਖ ਰਹੇ ਹਾਂ। ਤੁਹਾਨੂੰ ਬੜੀ ਵਾਰੀ ਦੱਸਿਆ, ਅਸੀਂ ਸੰਡੇ ਨੂੰ ਲੋਕਾਂ ਦੀ ਤਰ੍ਹਾਂ ਇਬਾਦਤ ਨਹੀਂ ਕਰਦੇ, ਬਲਕਿ ਪਹਿਲੀ ਸਦੀ ਦੇ ਲੋਕਾਂ ਦੀ ਤਰ੍ਹਾਂ ਅਸੀਂ ਇਕੱਠੇ ਹੁੰਦੇ ਹਾਂ ਸੰਡੇ ਦੇ ਦਿਨ, ਤਾਂ ਕਿ ਅਸੀਂ ਵਿਚਾਰ ਵਿਮਰਸ਼ ਕਰ ਸਕੀਏ। ਲਿਖਿਆ ਜਾਂ ਤੁਸੀਂ ਇਕੱਠੇ ਹੋਵੋ ਤੇ ਆਪੋ ਵਿੱਚ ਵਿਚਾਰ ਵਿਮਰਸ਼ ਕਰੋ, ਵਚਨ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰੋ, ਤਰਕ ਵਿਤਰਕ ਕਰੋ, ਤਾਂ ਕਿ ਤੁਹਾਨੂੰ ਉਹ ਗੱਲਾਂ ਤੁਹਾਡੇ ਉੱਤੇ ਪ੍ਰਗਟ ਹੋਣ ਜਿਨ੍ਹਾਂ ਦਾ ਤੁਹਾਨੂੰ ਪਤਾ ਨਹੀਂ ਹੈ। ਹੋ ਸਕਦਾ ਕੋਈ ਪ੍ਰਕਾਸ਼ਨ ਮੇਰੇ ਉੱਤੇ ਕਿਸੇ ਵਰਸ ਦਾ ਨਾਂ ਆਇਆ ਹੋਵੇ ਜਿਹੜਾ ਤੁਹਾਡੇ ਉੱਤੇ ਖੁਦਾ ਨੇ ਖੋਲ੍ਹ ਕੇ ਦੱਸਿਆ ਹੋਵੇ। ਤੁਸੀਂ ਉਸ ਗੱਲ ਨੂੰ ਕਲੀਸਿਆ ਦੇ ਨਾਲ ਸਾਂਝਾ ਕਰ ਸਕਦੇ ਹੋ, ਕਿਉਂਕਿ ਖੁਦਾ ਦਾ ਹਰ ਵਚਨ ਜਿਹੜਾ ਆ ਉਹ ਕਲੀਸਿਆ ਦੀ ਬਿਹਤਰੀ ਔਰ ਤਰੱਕੀ ਦੇ ਲਈ ਹੈ। ਹਾਲੇਲੂਇਆ। ਤੇ ਹੁਣ ਤੁਹਾਡੇ ਲੱਗੇ ਸਵਾਲ ਆ ਵੀ ਡਰ ਜਿਹੜਾ ਆ, ਡਰ ਦਾ ਮਤਲਬ ਕੀ ਹੈ? ਨਾ ਡਰ। ਖੁਦਾ ਨੇ ਕਹਿ ਤਾ ਨਾ ਡਰ। ਕਿਹੜੀ ਚੀਜ਼ ਤੋਂ ਨਹੀਂ ਡਰਨਾ? ਹੀ ਬੋਲੋ। ਆਪਣਾ ਵਿਚਾਰ ਇੱਕ ਗੱਲ ਦੱਸਣੀ ਸਾਰਿਆਂ ਨੇ, ਜ਼ਿਆਦੀਆਂ ਨਹੀਂ। ਚਲੋ ਦੱਸੋ ਜੀ, ਤੁਸੀਂ ਕੀ ਦੱਸਿਆ ਜੀ? ਇੱਕ ਹੁਣੇ ਕਿਸੇ ਨੇ ਦੱਸਿਆ, ਤੁਸੀਂ ਦੱਸਿਆ। ਮੇਰਾ ਕੀ ਦੱਸਿਆ? ਹਾਂਜੀ, ਡਰੋ ਨਾ। ਹਾਂਜੀ, ਅੱਗੇ ਜੀ ਹੋਰ ਦੱਸੋ ਜੀ।
ਇੱਕ ਇੱਕ ਗੱਲ ਦੱਸੋ ਸਾਰੇ ਨੇ। ਨਾ ਡਰ, ਪਰਮੇਸ਼ਵਰ ਮੰਨ ਲਓ ਥੋੜੀ ਦੇਰ ਦੀ ਥੋੜਾ ਆਪਣੇ ਸਮਝੋ, ਖੁਦਾ ਮਾਫ ਕਰੇ, ਸਮਝਾਉਣ ਦੀ ਗੱਲ ਕਰ ਰਹੇ। ਮੰਨ ਲਓ ਮੈਂ ਪਰਮੇਸ਼ਵਰ ਹਾਂ, ਮੈਂ ਤੁਹਾਨੂੰ ਕਹਿੰਦਾ ਨਾ ਡਰ। ਡਰ ਹੁੰਦਾ। ਹਾਂਜੀ, ਪਰ ਤੇ ਕਿਸ ਚੀਜ਼ ਤੋਂ ਨਹੀਂ ਡਰਨਾ? ਮੇਰੇ ਤੇ ਇਹ ਡਰ ਹੈ ਕਿ ਪਰਮੇਸ਼ਰ ਦੀ ਕਿਰਪਾ ਮੇਰੇ ਤੇ ਬਣੀ ਰਹੇ। ਬਣੀ ਰਹੇ। ਤੁਹਾਨੂੰ ਹੁਣ ਮੈਂ ਤੁਹਾਨੂੰ ਦੱਸਦਾ, ਤੁਹਾਡੀ ਗੱਲ ਇਹਨਾਂ ਦੀ ਇਹ ਹੈ ਵੀ ਪਰਮੇਸ਼ਵਰ ਦਾ ਅਨੁਗ੍ਰਹਿ ਇਹਨਾਂ ਤੋਂ ਕਿਤੇ ਚਲਾ ਨਾ ਜਾਵੇ, ਇਹਨਾਂ ਨੂੰ ਇਹ ਡਰ ਪਿਆ ਹੈ। ਲੇਕਿਨ ਖੁਦਾ ਨੇ ਕੀ ਵਾਅਦਾ ਕੀਤਾ? ਯੁੱਗਾਂ ਦੇ ਅੰਤ ਤੱਕ ਮੈਂ ਤੁਹਾਡੇ। ਇਸ ਕਰਕੇ ਇਹ ਤੁਹਾਡਾ ਹੁਣ ਭਰਮ ਜਿਹੜਾ ਨਿਕਲ ਜਾਣਾ ਚਾਹੀਦਾ ਕਿ ਜਿਸ ਖੁਦਾ ਨੇ ਕਿਹਾ ਨਾ ਡਰ, ਉਹਨੇ ਵਾਅਦਾ ਕੀਤਾ ਕਿ ਯੁੱਗਾਂ ਦੇ ਅੰਤ ਤੱਕ, ਧਰਤੀ ਦੇ ਅੰਤ ਦੇ ਦਿਨ ਤੱਕ ਤੇ ਤੇਰੀ ਜ਼ਿੰਦਗੀ ਦੇ ਅੰਤ ਦੇ ਦਿਨ ਤੱਕ ਮੈਂ ਤੁਹਾਡੇ। ਇਸ ਕਰਕੇ ਜਦੋਂ ਉਹਨੇ ਅਨੁਗ੍ਰਹਿ ਕੀਤਾ ਆ, ਔਰ ਵਫਾਦਾਰੀ ਉਹਦੀ ਇਹ ਆ ਵੀ ਉਹ ਜਿਹਨੇ ਅਨੁਗ੍ਰਹਿ ਕੀਤਾ ਆ ਉਹ ਆਪਣੇ ਅਨੁਗ੍ਰਹਿ ਨੂੰ ਵਾਪਸ ਲੈਂਦਾ ਨਹੀਂ। ਇੱਕ ਗੱਲ ਚੇਤੇ ਰੱਖਣੀ, ਇਹਦੇ ਉੱਤੇ ਹੁਣ ਕਈ ਸਵਾਲ ਵੀ ਖੜੇ ਕਰ ਸਕਦੇ ਆ ਵੀ ਲੈ ਲੈਂਦਾ ਹੈ, ਕਿਉਂਕਿ ਵਚਨ ਦੱਸਦਾ ਲੈ ਲੈਂਦਾ ਹੈ, ਤੇ ਉਹ ਲੈ ਕਦੋਂ ਲੈਂਦਾ ਉਹਨੂੰ ਸਮਝਣਾ ਹੈ। ਪਰਮੇਸ਼ਵਰ ਅਨੁਗ੍ਰਹਿ ਕਰਕੇ ਵਾਪਸ ਲੈਂਦਾ ਨਹੀਂ ਆ। ਅਨੁਗ੍ਰਹਿ ਉਹਨੇ ਕੀਤਾ ਕਦੋਂ ਆ? ਧਰਮੀ ਦੀ ਹਾਲਤ ਵਿੱਚ ਕਿ ਪਾਪੀ ਦੀ ਹਾਲਤ ਵਿੱਚ? ਪਾਪੀ ਨੂੰ ਬਚਾਉਣ ਆਇਆ ਨਾ। ਜੇ ਧਰਮੀ ਸੀ ਫਿਰ ਅਨੁਗ੍ਰਹਿ ਦੀ ਜ਼ਰੂਰਤ ਹੀ ਨਹੀਂ ਸੀ। ਕਿਹੜੀ ਹਾਲਤ ਵਿੱਚ ਕੀਤਾ ਭਲਾ? ਕੀ ਪ੍ਰੂਫ ਦਾ ਜਾਂ ਅਸੀਂ ਪਾਪੀ ਸਾਂ, ਹਨਾ? ਪਾਪੀ ਦੀ ਹਾਲਤ ਵਿੱਚ ਸਾਡੇ ਉੱਤੇ ਕੀ ਹੋਇਆ ਭਲਾ? ਅਨੁਗ੍ਰਹਿ ਹੋਇਆ। ਪਾਪੀ ਦੀ ਹਾਲਤ ਵਿੱਚ ਅਨੁਗ੍ਰਹਿ ਇਸ ਕਰਕੇ ਹੋਇਆ ਵੀ ਪਾਪ ਤੋਂ ਛੁਡਾ ਕੇ ਸਾਨੂੰ ਧਰਮ ਦੇ ਰਾਜ ਦੇ ਵਿੱਚ ਪਹੁੰਚਾਵੇ। ਹਾਂਜੀ, ਹੁਣ ਪਾਪੀ ਦੀ ਹਾਲਤ ਵਿੱਚ ਅਨੁਗ੍ਰਹਿ ਹੋਇਆ ਤੇ ਪਾਪੀ ਨੇ ਉਸ ਅਨੁਗ੍ਰਹਿ ਦੀ ਕਦਰ ਕਰਨੀ ਆ ਕਿ ਮੈਂ ਇਸ ਲਾਇਕ ਨਹੀਂ ਸੀ ਕਿ ਮੇਰੇ ਉੱਤੇ ਅਨੁਗ੍ਰਹਿ ਕੀਤਾ ਜਾਂਦਾ। ਤੇ ਹੁਣ ਜਦੋਂ ਕਿ ਉਹਨੇ ਅਨੁਗ੍ਰਹਿ ਕੀਤਾ ਪਾਪੀ ਦੀ ਹਾਲਤ ਵਿੱਚ, ਤੇ ਹੁਣ ਉਹ ਪਾਪ ਜਿਹਨੇ ਮੈਨੂੰ ਉਹ ਤੋਂ ਜੁਦਾ ਕੀਤਾ ਹੋਇਆ ਸੀ, ਹੁਣ ਉਸ ਪਾਪ ਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਪ੍ਰਵੇਸ਼ ਕਰਨ ਦੇਣਾ। ਇੱਕ ਕੰਮ ਕਿਹਨੇ ਕੀਤਾ ਭਲਾ? ਅਨੁਗ੍ਰਹਿ ਕੀਤਾ। ਕਿਹੜੀ ਹਾਲਤ 'ਚ ਕੀਤਾ? ਪਾਪ ਦੀ ਹਾਲਤ ਵਿੱਚ। ਜਦੋਂ ਅਸੀਂ ਪਾਪੀ ਸੀਗੇ ਉਦੋਂ ਸਾਡੇ ਉੱਤੇ ਅਨੁਗ੍ਰਹਿ ਹੋਇਆ। ਅਨੁਗ੍ਰਹਿ ਇਸ ਲਈ ਕੀਤਾ ਗਿਆ ਆ ਕਿ ਪਰਮੇਸ਼ਵਰ ਸਾਨੂੰ ਪਾਪ ਦੀ ਗੁਲਾਮੀ ਤੋਂ ਛੁਡਾ ਕੇ ਤੇ ਆਪਣੇ ਪੁੱਤਰ ਦੇ ਰਾਜ ਦੇ ਵਿੱਚ, ਧਰਮ ਦੇ ਵਿੱਚ ਪਹੁੰਚਾਵੇ। ਹੁਣ ਅਨੁਗ੍ਰਹਿ ਜਾਣਾ ਵੀ ਕਦੋਂ ਆ ਭਲਾ? ਪਾਪ ਦੀ ਹਾਲਤ ਦੇ ਵਿੱਚ ਪਾਪੀ ਸੀਗੇ ਤੇ ਅਨੁਗ੍ਰਹਿ ਹੋਇਆ ਆ, ਤੇ ਦੁਬਾਰਾ ਪਾਪੀ ਬਣਾਂਗੇ ਤੇ ਅਨੁਗ੍ਰਹਿ ਜਾਣਾ ਆ। ਪਾਪ ਦੀ ਹਾਲਤ ਦੇ ਵਿੱਚ ਹੀ ਆਇਆ ਸੀਗਾ ਤੇ ਪਾਪ ਦੀ ਵਜ੍ਹਾ ਕਰਕੇ ਹੀ ਜਾਣਾ ਆ। ਇਸ ਕਰਕੇ ਹੁਣ ਜੇ ਸਾਡੇ ਅੰਦਰ ਇਹ ਡਰ ਆ, ਤੇ ਡਰ ਦੋ ਤਰ੍ਹਾਂ ਨਾਲ ਵਾਜਬ ਆ। ਇੱਕ ਤੇ ਇਹ ਆ ਵੀ ਸਾਡੇ ਅੰਦਰ ਇਹ ਡਰ ਆ ਕਿ ਮੇਰੇ ਕੋਲ ਕਿਤੇ ਗਲਤੀ ਨਾ ਹੋ ਜਾਵੇ, ਕਿਉਂਕਿ ਮੇਰੀ ਗਲਤੀ ਦੇ ਕਾਰਨ ਉਹਦਾ ਅਨੁਗ੍ਰਹਿ ਮੇਰੇ ਤੋਂ ਜਾ ਸਕਦਾ ਆ। ਇਹ ਹੈਗੀ ਭਲੀ ਗੱਲ। ਤੇ ਜਦੋਂ ਇਹ ਗੱਲ ਸਾਡੇ ਅੰਦਰ ਹੋਊਗੀ ਤੇ ਅਸੀਂ ਡਰਦੇ ਤੇ ਕੰਬਦੇ ਹੋਏ ਮੁਕਤੀ ਦੇ ਕੰਮ ਨੂੰ ਕੀ ਕਰਾਂਗੇ ਭਲਾ? ਜਦੋਂ ਇਹ ਗੱਲ ਹੋਗੀ ਉਦੋਂ ਡਰਦੇ ਤੇ ਕੰਬਦੇ ਹੋਏ ਮੁਕਤੀ ਦੇ ਕੰਮ ਨੂੰ ਕਰਾਂਗੇ ਪੂਰਾ। ਇੱਕ ਡਰ ਹੈਗਾ ਵੀ ਮੇਰੇ ਤੋਂ ਅਨੁਗ੍ਰਹਿ ਜਾਂਦਾ ਨਾ ਰਵੇ। ਇਹ ਉਹ ਡਰ ਆ ਜਿਹਦੇ ਬਾਰੇ ਲਿਖਿਆ ਸ਼ੱਕ ਕਰਨ ਵਾਲਾ ਸਮੁੰਦਰ ਦੀ ਪੌਣ ਵਰਗਾ ਆ। ਕਿੱਦਾਂ ਦਾ? ਸਮੁੰਦਰ ਦੀ ਪੌਣ ਵਰਗਾ ਆ, ਜਿਹੜੀ ਆਉਂਦੀ ਤੇ ਬੜੇ ਜ਼ੋਰ ਦੇ ਨਾਲ ਆ ਪਰ ਚਟਾਨ ਦੇ ਨਾਲ ਟਕਰਾ ਕੇ ਤੇ ਖਤਮ ਹੋ ਜਾਂਦੀ ਹੈ। ਹੁਣ ਇਹ ਸ਼ੱਕ ਜਿਹੜਾ ਹੈਗਾ ਆ ਇਹ ਪਾਪ ਨੂੰ ਦਿਖਾਉਂਦਾ ਹੈ। ਸੋ ਸਾਡੇ ਅੰਦਰ ਪਰਮੇਸ਼ਵਰ ਦੇ ਇਸ ਵਚਨ ਨੂੰ ਲੈ ਕੇ ਦਲੇਰੀ ਹੋਣੀ ਚਾਹੀਦੀ ਹੈ ਕਿ ਉਹਨੇ ਪਹਿਲਾ ਸ਼ਬਦ ਕਿਹਾ ਕਿ ਨਾ ਡਰ, ਕਿਉਂਕਿ ਵਚਨ 'ਚ ਲਿਖਿਆ ਡਰਪੋਕ ਲੋਕ ਸਵਰਗ ਦੀ ਬਾਦਸ਼ਾਹ ਦੇ ਅਧਿਕਾਰੀ। ਡਰਪੋਕ ਲੋਕ ਬਾਦਸ਼ਾਹ ਦੇ ਅਧਿਕਾਰੀ ਹੋ ਸਕਦੇ। ਇਸ ਕਰਕੇ ਸਭ ਤੋਂ ਪਹਿਲਾ ਸ਼ਬਦ ਕੀ ਕਹਿੰਦਾ? ਨਾ ਡਰ। ਹਾਂਜੀ, ਹੁਣ ਡਰਨਾ ਜਿਹੜਾ ਆ, ਡਰ ਨੂੰ ਮੈਂ ਦੱਸਣਾ ਚਾਹੁੰਦਾ ਥੋੜੀ ਦੇਰ ਦੇ ਲਈ। ਅਸੀਂ ਕਿਉਂਕਿ ਸਿੱਖ ਰਹੇ ਹਾਂ ਕਿ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਅੱਜ ਦੱਸਿਆ ਜਾਂਦਾ ਆ ਕਿ ਪਰਮੇਸ਼ਵਰ ਤੁਹਾਨੂੰ ਨਾ ਕਦੇ ਛੱਡੂਗਾ, ਨਾ ਤੁਹਾਨੂੰ ਤਿਆਗੂਗਾ, ਤੁਹਾਡੇ ਨਾਲ ਹਮੇਸ਼ਾ ਰਹੂਗਾ, ਤੁਹਾਨੂੰ ਕਿਸੇ ਤੰਗੀ ਫੰਗੀ 'ਚ ਨਹੀਂ ਆਉਣ ਦਊਗਾ, ਤੁਹਾਨੂੰ ਕਿਸੇ ਮੁਸੀਬਤ 'ਚ ਨਹੀਂ ਆਉਣ ਦਊਗਾ, ਤੁਹਾਨੂੰ ਕਿਸੇ ਸਜ਼ਾ 'ਚ ਨਹੀਂ ਆਉਣ ਦਊਗਾ, ਤੁਹਾਡਾ ਕੋਈ ਕੁਛ ਵਿਗਾੜ ਨਹੀਂ ਸਕੂਗਾ, ਹੈ ਨਾ? ਇਹ ਸਾਰੀਆਂ ਚੀਜ਼ਾਂ ਆ। ਤੁਹਾਡੇ ਨਾਲ ਪਰਮੇਸ਼ਵਰ ਰਹੂਗਾ, ਤੁਹਾਡੇ ਘਰ ਦੇ ਖਜ਼ਾਨੇ ਭਰੇ ਰਹਿਣਗੇ, ਤੁਹਾਡੀਆਂ ਤਿਜੋਰੀਆਂ ਭਰੀਆਂ ਰਹਿਣਗੀਆਂ। ਠੀਕ ਹੈ ਜੀ। ਇਹ ਸਾਰੀ ਚੀਜ਼ਾਂ ਦੱਸ ਕੇ ਤੇ ਲੋਕਾਂ ਨੂੰ ਦੱਸਿਆ ਜਾਂਦਾ ਵੀ ਹੁਣ ਤੁਸੀਂ ਬਿਲਕੁਲ ਸੇਫ ਹੋ ਗਏ ਆ, ਤੇ ਹੁਣ ਮਸੀਹ ਦੇ 'ਚ ਆ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਇਹਦੇ ਤੋਂ ਅਸੀਂ ਸਿੱਖ ਰਹੇ ਹਾਂ ਕਿ ਇਹ 100% ਗਲਤ ਆ। ਇਹੋ ਜਿਹੇ ਆਸ਼ਵਾਸਨ ਜਿਹੜੇ ਸੇਵਕ ਲੋਕ ਦਿੰਦੇ ਆ ਉਹ ਸਿਰਫ ਕਲੀਸਿਆ ਦੇ ਨਾਲ ਹੀ ਨਹੀਂ, ਆਪਣੇ ਆਪ ਦੇ ਨਾਲ ਤੇ ਖੁਦਾ ਦੇ ਨਾਲ ਸਿੱਧਾ ਸਿੱਧਾ ਧੋਖਾ ਕਰ ਰਹੇ ਆ, ਕਿਉਂਕਿ ਵਚਨ ਬਿਲਕੁਲ ਵੀ ਇਸ ਚੀਜ਼ ਦੇ ਉੱਤੇ ਮੋਹਰ ਨਹੀਂ ਲਾਉਂਦਾ ਕਿ ਖੁਦਾ ਜਿਹੜੀਆਂ ਗੱਲਾਂ ਦੇ ਵਿੱਚ ਉਹ ਕਹਿੰਦੇ ਕਿ ਰਾਖੀ ਕਰੂਗਾ, ਉਹਨਾਂ ਗੱਲਾਂ 'ਚ ਸਾਡੀ ਰਾਖੀ ਕਰੂਗਾ। ਹਾਂਜੀ, ਖੁਦਾ ਨੇ, ਅਸੀਂ ਪਿਛਲੇ ਦਿਨ ਸਿੱਖਿਆ ਖੁਦਾ ਨੇ ਆਪਣੇ ਲੋਕਾਂ ਨੂੰ ਮਰਨ ਦਿੱਤਾ, ਫਿਰ ਉਹਨਾਂ ਦੀ ਰਾਖੀ ਕਿਉਂ ਨਹੀਂ ਕੀਤੀ ਜੀ? ਤੇ ਜਿਹੜੇ ਮਰ ਗਏ ਉਹਦੇ ਨਾਮ ਦੇ ਵਿੱਚ ਕੀ ਅਸੀਂ ਉਹਨਾਂ ਦਾ ਧਰਮੀ ਆ? ਜਿਨ੍ਹਾਂ ਦੇ ਬੱਚੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ ਕੀ ਅਸੀਂ ਉਹਨਾਂ ਦਾ ਧਰਮੀ ਆ? ਜਿਨ੍ਹਾਂ ਦੀ ਜਾਇਦਾਦਾਂ
ਖੋਲੀਆਂ ਗਈਆਂ। ਸਾਨੂੰ ਤਾਂ ਦੱਸਿਆ ਜਾਂਦਾ ਜਾਇਦਾਦਾਂ ਜਿਹੜੀਆਂ ਤੁਹਾਨੂੰ ਵੱਡੀਆਂ ਹੋ ਜਾਣੀਆਂ, ਕਿ ਇੱਕ ਕਿੱਲਾ ਜਿਹੜਾ 10 ਕਿੱਲਿਆਂ 'ਚ ਤਬਦੀਲ ਹੋ ਜਾਣਾ, ਤੇ ਜਿਹਨਾਂ ਦਾ ਕਿੱਲਾ ਵੀ ਪੱਟ ਕੇ ਲੈ ਗਏ ਉਹ। ਹਾਂਜੀ, ਔਰ ਉਹਨਾਂ ਨੇ ਪੱਟ ਲੈਣ ਦਿੱਤਾ, ਸ਼ਿਕਾਇਤ ਵੀ ਨਹੀਂ ਕੀਤੀ। ਤੇ ਫਿਰ ਕੀ ਇਹ ਜਿਹੜਾ ਵਚਨ ਜਿਹੜਾ ਅੱਜ ਅਸੀਂ ਕ੍ਰਿਸਚਨ ਸੁਣਾਉਂਦੇ ਆ, ਇਹ ਉਹਨਾਂ ਦੇ ਲਈ ਨਹੀਂ ਸੀ? ਤੇ ਜੇ ਉਹਨਾਂ ਲਈ ਵੀ ਸੀਗਾ ਤੇ ਫਿਰ ਉਹਨਾਂ ਦੇ ਉੱਤੇ ਐਡਾ ਤਸ਼ੱਦਦ ਕਿਉਂ ਹੋ ਗਿਆ? ਮੈਂ ਜਿੱਦਾਂ ਪਿਛਲੇ ਦਿਨਾਂ ਦੱਸਿਆ ਸੀਗਾ ਕਿ ਕੋਰੀਆ ਦੇ ਬਾਦਸ਼ਾਹ ਨੇ, ਕਿੰਗ ਜੋਂਗ ਕੀ ਨਾਂ ਦਾ, ਮੈਨੂੰ ਤਾਂ ਨਾਮ ਨਹੀਂ ਕਈ ਵਾਰੀ ਪਤਾ, ਕਿਮ ਜੋਂਗ, ਹਾਂਜੀ, ਉਹ ਬੰਦੇ ਨੇ ਬੁਲਡੋਜ਼ਰ ਲਿਆਂਦਾ ਜਿਹੜਾ ਲੋਕ ਨੂੰ ਪ੍ਰੈਸ ਕਰਨ ਵਾਲਾ ਹੁੰਦਾ, ਪੂਰੇ ਪਰਿਵਾਰ ਨੂੰ ਲੰਮਿਆਂ ਪਾ ਕੇ ਕਹਿੰਦਾ ਕਹੋ ਯਿਸੂ ਮਸੀਹ ਕੋਈ ਖੁਦਾ ਨਹੀਂਗਾ ਤੇ ਮੈਂ ਤੁਹਾਡਾ ਖੁਦਾ ਹਾਂ, ਨਹੀਂ ਤੇ ਬੁਲਡੋਜ਼ਰ ਚੜਾ ਦਿਆਂਗੇ। ਹਾਂਜੀ, ਤੇ ਉਹ ਕਹਿੰਦੇ ਵੀ ਇਹ ਤਾਂ ਕਦੀ ਵੀ ਨਹੀਂ ਹੋ ਸਕਦਾ। ਸਾਡੇ ਖੁਦਾ ਨੇ ਕਿਹਾ ਮੈਂ ਤੁਹਾਡਾ ਕਦੇ ਇਨਕਾਰ ਨਹੀਂ ਕਰੂੰਗਾ, ਇਸ ਕਰਕੇ ਅਸੀਂ ਵੀ ਆਪਣੇ ਖੁਦਾ ਦਾ ਇਨਕਾਰ ਕਰ ਸਕਦੇ ਨਹੀਂ ਹਾਂ। ਬੁਲਡੋਜ਼ਰ ਚੜਾ ਦਿੱਤਾ ਗਿਆ, ਕਾਗਜ਼ ਬਣ ਗਿਆ ਸਰੀਰ ਉਹਨਾਂ ਦਾ। ਇਹਨਾਂ ਦੇ ਲਈ ਵਚਨ ਕਿੱਥੇ ਗਿਆ? ਹਾਂਜੀ, ਕੀ ਪਰਮੇਸ਼ਵਰ ਦੋਗਲਾ? ਕੀ ਪਰਮੇਸ਼ਵਰ ਪੱਖਪਾਤ ਕਰਦਾ ਹੈ? ਪਰਮੇਸ਼ਵਰ ਨੇ ਆਪਣੇ ਇਸ ਵਚਨ ਨੂੰ, ਅਗਰ ਇਸ ਵਚਨ ਦਾ ਇਹੀ ਭੇਤ ਸੀ ਤੇ ਉਹਨਾਂ ਉੱਤੇ ਪੂਰਾ ਕਿਉਂ ਨਹੀਂ ਕੀਤਾ? ਪਾਸਟਰ ਸੁਲਤਾਨ ਨੂੰ ਚਰਚ ਦੇ ਬਾਹਰ ਖੜੇ ਨੂੰ ਲੁਧਿਆਣੇ 'ਚ ਗੋਲੀ ਮਾਰ ਦਿੱਤੀ ਸਿਰ ਦੇ ਵਿੱਚ ਸਿੱਧੀ, ਉੱਥੇ ਮਰ ਗਿਆ। ਕੀ ਇਹ ਵਚਨ ਪਾਸਟਰ ਸੁਲਤਾਨ ਦੇ ਲਈ ਅਹਿਮੀਅਤ ਨਹੀਂ ਸੀ ਰੱਖਦਾ? ਤੇ ਹੁਣ ਅਗਿਆਨੀ ਕੀ ਕਹਿ ਦੂਗਾ? ਜਿਨ੍ਹਾਂ ਨੇ ਕੁਛ ਨਾ ਕੁਛ ਕਹਿਣਾ ਹੀ ਹੈ, ਉਹ ਕਹਿੰਦੇ ਨਹੀਂ ਉਹਦਾ ਜੀਵਨ ਠੀਕ ਨਹੀਂ ਹੋਣਾ ਤਾਂ ਕਰਕੇ ਗੋਲੀ ਵੱਜੀ ਸੀ। ਕੀ ਕਹਿਣਾ ਭਲਾ? ਉਹਦਾ ਜੀਵਨ ਠੀਕ ਨਹੀਂ ਸੀ। ਓਕੇ, ਠੀਕ ਹੈ ਜੀ। ਪਲੂਸ ਦਾ ਜੀਵਨ ਵੀ ਫਿਰ ਠੀਕ ਨਹੀਂ ਸੀ। ਕੱਢੋ ਬਾਹਰ ਉਹਦੀਆਂ ਸਾਰੀਆਂ 14 ਦੀ 14 ਪੱਤਰੀਆਂ, ਕਿਉਂਕਿ ਧੌਣ ਦੇ ਉੱਤੇ ਕੁਹਾੜਾ ਮਾਰਿਆ ਗਿਆ ਸੀ। ਹਾਂਜੀ, ਥਦਈ ਨੂੰ ਵੀ ਕੱਢ ਦਿਓ ਬਾਈਬਲ ਚੋਂ ਬਾਹਰ, ਜਿਹੜਾ ਯਿਸੂ ਮਸੀਹ ਦਾ ਚੇਲਾ ਸੀਗਾ, ਜਿਉਂਦੇ ਜੀ ਦਾ ਚਮੜਾ ਲਾਤਾ ਗਿਆ, ਜਿਹਦਾ ਪਸ਼ੂ ਦਾ ਚਮੜਾ ਲਾਇਆ ਜਾਂਦਾ ਹੈ, ਕਹੋ ਉਹ ਵੀ ਪਾਪੀ ਸੀਗਾ। ਪਤਰਸ ਨੂੰ ਪੁੱਠਾ ਕਰਕੇ ਲਟਕਾਇਆ ਗਿਆ ਸਲੀਬ ਦੇ ਉੱਤੇ ਤੇ ਉੱਥੇ ਜਾਨ ਦਿੱਤੀ ਹੈ, ਕਹੋ ਉਹ ਵੀ ਪਾਪੀ ਸੀਗਾ। ਜੇ ਅਸੀਂ ਇਹ ਕਹਿੰਦੇ ਨਾ ਵੀ ਉਹ ਤਾਂ ਕਰਕੇ ਉਹਨਾਂ ਦੇ ਜਿਹੜੇ ਮਸੀਹ ਦੇ ਵਿੱਚ ਗਰੀਬ ਉਹੀ ਆ ਜੀ ਜਿਹੜੇ ਸਹੀ ਨਹੀਂ ਚੱਲਦੇ। ਮਸੀਹ ਦੇ ਵਿੱਚ ਗਰੀਬ ਉਹੀ ਆ ਜਿਹੜੇ ਸਹੀ ਨਹੀਂ ਚੱਲਦੇ, ਤੇ ਜਿਨ੍ਹਾਂ ਦੇ ਘਰ ਬਾਹਰ ਖੋਲੇ ਗਏ ਪਹਿਲੀ ਸਦੀ ਦੇ ਵਿੱਚ ਉਹ ਵੀ ਫਿਰ ਸਹੀ ਨਹੀਂ ਸੀ, ਕਹਿ ਦਿਓ। ਤੇ ਜੇ ਉਹ ਸਹੀ ਨਹੀਂ ਸੀ ਨਾ, ਤੇ ਫਿਰ ਅੱਜ ਤੁਹਾਡੇ ਕੋਲ ਮਸੀਹ ਦਾ ਨਾਂ ਨਾ ਪਹੁੰਚਦਾ। ਜੇ ਉਹਨਾਂ ਦਾ ਲਹੂ ਨਾ ਬਹਾਇਆ ਜਾਂਦਾ ਤੇ ਅੱਜ ਮਸੀਹ ਦਾ ਨਜਾਤ ਦਾ ਪੈਗਾਮ ਸਾਡੇ ਤੱਕ, ਅੱਜ ਅਸੀਂ ਇੱਥੇ ਬੈਠ ਕੇ ਯਿਸੂ ਮਸੀਹ ਦਾ ਗੁਣਗਾਨ ਨਾ ਕਰਦੇ, ਜੇ ਉਹ ਲੋਕ ਆਪਣੀ ਜਾਨ ਨਾ ਦਿੰਦੇ ਤੇ ਅਸੀਂ ਕੀ ਕਹਿ ਦਿੰਦੇ ਹਾਂ ਭਲਾ ਫਟਾਫਟ, ਕਿਉਂਕਿ ਅਸੀਂ ਕੁਛ ਨਾ ਕੁਛ ਕਹਿਣਾ ਆ। ਮੈਂ ਕਈ ਵਾਰੀ ਪਾਉਣਾ ਨਾ ਜਾਣ ਬੁੱਝ ਕੇ ਕੁਛ ਨਾ ਕੁਛ ਲਿਖ ਕੇ ਫੇਸਬੁੱਕ ਦੇ ਉੱਤੇ, ਮੈਂ ਦੇਖਦਾ ਉਹਨਾਂ ਲੋਕਾਂ ਨੂੰ ਅਕਲ ਕਿੰਨੀ ਹੈ। ਕਮੈਂਟ ਕਰਨ ਵਾਲਿਆਂ ਨੂੰ ਇੱਕੋ ਗੱਲ ਹੁੰਦਾ ਵੀ ਕਮੈਂਟ ਕਰਨਾ ਆ। ਉਹਨਾਂ ਨੂੰ ਮੈਂ ਕਈ ਵਾਰੀ ਕਹਿੰਦਾ ਮੇਰੀ ਪੋਸਟ ਨੂੰ 25-30 ਵਾਰੀ ਪਹਿਲਾਂ ਪੜ੍ਹ ਲਿਆ ਕਰੋ, ਕਿਉਂਕਿ ਉਹਦੇ ਵਿੱਚ ਇੱਕ ਭੇਤ ਹੁੰਦਾ ਆ, ਤੇ ਜਲਦੀ ਕਿਤੇ ਉਹਦੇ ਉੱਤੇ ਕਮੈਂਟ ਕਰਿਆ ਨਾ ਕਰੋ, ਤੇ ਫਟਾਫਟ ਕਮੈਂਟ ਕਰਦੇ। ਬਾਅਦ ਜਦੋਂ ਫੋਨ ਤੇ ਮੇਰੇ ਨਾਲ ਗੱਲ ਕਰਦੇ ਫਿਰ ਗੱਲ ਨਹੀਂ ਹੁੰਦੀ ਬਾਅਦ 'ਚ। ਹਾਂਜੀ, ਫਿਰ ਕਹਿੰਦੇ ਨਹੀਂ ਠੀਕ ਆ ਤੁਸੀਂ, ਫਿਰ ਮੈਂ ਦੁਬਾਰਾ ਪੋਸਟ ਪਾਉਣਾ, ਫਿਰ ਉਹੀ ਬੰਦਾ ਜਿਹਨੂੰ ਦੱਸਿਆ ਵੀ ਹੁੰਦਾ ਫਿਰ ਦੁਬਾਰਾ ਕਮੈਂਟ ਕਰ ਦਿੰਦਾ। ਕਿਉਂ? ਕਿਉਂਕਿ ਆਦਤ ਪਈ ਹੋਈ ਵੀ ਅਸੀਂ ਕੀ ਕਰਨਾ ਭਲਾ, ਕੁਛ ਨਾ ਕੁਛ ਕਹਿ ਕੇ ਆਪਣੇ ਆਪ ਨੂੰ ਗਿਆਨੀ ਸ਼ੋਅ ਕਰਨਾ ਹੀ ਕਰਨਾ ਆ, ਵੀ ਮੈਨੂੰ ਬੜਾ ਪਤਾ ਹੈ, ਤੇ ਹਰੇਕ ਗੱਲ ਨੂੰ ਬਾਈਬਲ ਦੇ ਨਾਲ ਹੀ ਜੋੜ ਦੇਣਾ। ਅਸੀਂ ਕਈ ਵਾਰ ਕੋਈ ਸਮਾਜਿਕ ਗੱਲ ਕਰਦੇ ਹਾਂ ਫੇਸਬੁੱਕ ਤੇ, ਕਈ ਵਾਰ ਸਮਾਜਿਕ ਗੱਲ, ਇਹ ਕਿੱਥੇ ਬਾਈਬਲ 'ਚ ਲਿਖਿਆ ਵੀ ਮੈਂ ਕੋਈ ਬਾਈਬਲ ਦਾ ਆਇਤ ਪੜ੍ਹਾ ਕੇ ਤੈਨੂੰ ਦੱਸਣ ਡਿਆ? ਬਾਈਬਲ 'ਚ ਕਿੱਥੇ ਲਿਖਿਆ ਇਕਬਾਲ ਗਿੱਲ ਨੇ ਇੱਦਾਂ ਬਹਿਣਾ? ਬਾਈਬਲ 'ਚ ਕਿੱਥੇ ਲਿਖਿਆ ਤੁਸੀਂ ਆਈਪੈਡ ਲੈ ਕੇ ਪ੍ਰਚਾਰ ਕਰਨਾ? ਬਾਈਬਲ 'ਚ ਕਿੱਥੇ ਰੱਖਿਆ ਮਾਈਕ ਲੈ ਕੇ ਜਾਂਦਾ ਹੁੰਦਾ ਸੀ ਪਤਰਸ? ਹਾਂਜੀ, ਤੂੰ ਹਰੇਕ ਗੱਲ ਨੂੰ ਬਾਈਬਲ ਨਾਲ ਜੋੜ, ਆਹ ਕਿੱਥੇ ਲਿਖਿਆ ਜੀ ਬਾਈਬਲ ਦੇ ਵਿੱਚ, ਆਹ ਕਿੱਥੇ ਲਿਖਿਆ ਜੀ ਬਾਈਬਲ ਦੇ ਵਿੱਚ, ਆਹ ਕਿੱਥੇ ਲਿਖਿਆ ਜੀ ਬਾਈਬਲ, ਤੂੰ ਜਿਹੜਾ ਪੁੱਛਦਾ ਉਹ ਕਿੱਥੇ ਲਿਖਿਆ ਬਾਈਬਲ ਦੇ ਵਿੱਚ? ਵੀ ਇਹ ਦੇਖੋ ਵੀ ਬੰਦਾ ਅਗਰ ਤੇ ਬਾਈਬਲ ਦੇ ਵਿੱਚੋਂ ਗੱਲ ਕਰਦਾ, ਫਿਰ ਤੁਸੀਂ ਉਹਨੂੰ ਪੁੱਛੋ ਵੀ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਹੈ ਨਾ। ਇੱਕ ਬੰਦਾ ਸਮਾਜਿਕ ਗੱਲ ਕਰ ਰਿਹਾ ਆ, ਇੱਕ ਬੰਦਾ ਘਰੇਲੂ ਗੱਲ ਕਰ ਰਿਹਾ ਆ, ਪਰਿਵਾਰਿਕ ਗੱਲ ਕਰ ਰਿਹਾ, ਤੁਸੀਂ ਉਹਦੇ ਵਿੱਚ ਵੀ ਲਿਆ ਕੇ ਬਾਈਬਲ ਜੋ ਇਹ ਕਿੱਥੇ ਲਿਖਿਆ ਜੀ? ਹਾਂਜੀ, ਮੇਰਾ ਬੱਚਾ ਗਲਤੀ ਕਰਦਾ ਮੈਂ ਥੱਪੜ ਮਾਰਦਾ, ਕਿੱਥੇ ਬਾਈਬਲ 'ਚ ਲਿਖਿਆ ਬੱਚੇ ਨੂੰ ਥੱਪੜ ਮਾਰੀ? ਹਾਂਜੀ, ਲਿਖਿਆ ਕਿਤੇ? ਸੋਟੀ। ਹੁਣ ਸੋਟੀ ਦੀ ਸੱਟ ਜ਼ਿਆਦਾ ਲਊਗੀ ਕਿ ਥੱਪੜ ਠੀਕ ਆ? ਉਹ ਸਮਝਾਉਣ ਦੇ ਲਈ ਉਹਨਾਂ ਸੋਟੀ ਨਹੀਂ, ਹੁਣ ਸੋਟੀ ਚੱਕੀ ਹੈ। ਹਾਂਜੀ, ਸਮਝਾਉਣ ਦੇ ਲਈ ਇੱਕ ਗੱਲ ਵਚਨ 'ਚ ਲਿਖ ਦਿੱਤੀ ਵੀ ਛਿਟੀ ਦੇ ਨਾਲ ਤਾੜ, ਤੇ ਹੁਣ ਸਾਰੇ ਲੋਕਾਂ ਨੇ ਛਿਟੀ ਰੱਖ ਲਈ ਘਰ ਦੇ ਵਿੱਚ। ਤੁਹਾਡੇ ਫਿਰਦੀ ਰਹੀ ਹੋਣੀ ਤਾਂ ਕਰਕੇ ਤੁਹਾਨੂੰ ਆਦਤ ਪਈ। ਕਹਿਣ ਤੋਂ ਮੁਰਾਦ ਕੀ ਆ ਵੀ ਛਿਟੀ ਦੇ ਨਾਲ ਤਾੜ ਇੱਕ ਸਮਝਾਉਣ ਦੇ ਲਈ ਗੱਲ ਕੀਤੀ ਗਈ ਆ, ਲੇਕਿਨ ਇਹਦਾ ਮਤਲਬ ਇਹ ਨਹੀਂ ਸਾਰੇ ਜਣੇ ਇੱਕ ਛਿਟੀ ਲਿਆ ਕੇ ਘਰ 'ਚ ਰੱਖ ਲਈਏ ਵੀ ਛਿਟੀ ਦੇ ਨਾਲ ਹੀ ਤਾੜਨਾ ਆ।
ਛਿਟੀ ਦਾ ਮਤਲਬ ਹੈ ਤੂੰ ਤਾੜਨਾ ਆ, ਬੱਚੇ ਨੂੰ ਤਾੜਨਾ ਦਾ ਮਤਲਬ ਹੈ ਤੂੰ ਪ੍ਰਭੂ ਦੇ ਭੈ ਦੇ ਵਿੱਚ ਉਹਨੂੰ ਸਿੱਖਿਆ ਦੇ ਕੇ ਤੇ ਪ੍ਰਭੂ ਦੇ ਖੌਫ ਦੇ ਵਿੱਚ ਉਹਨੂੰ ਅੱਗੇ ਵਧਾਉਣਾ, ਤਾਂ ਕਿ ਉਹਦੀ ਜ਼ਿੰਦਗੀ ਜਿਹੜੀ ਕੀ ਹੋਵੇ ਭਲਾ ਸਫਲ ਹੋਵੇ। ਮੈਨੂੰ ਬੜੀ ਵਧੀਆ ਇੱਕ ਗੱਲ ਲੱਗਦੀ ਹੁੰਦੀ, ਆਚਾਰਿਆ ਰਜਨੀਸ਼ ਨੇ ਇੱਕ ਵਾਰੀ ਕਿਸੇ ਜੈਨੀ ਦੇ ਨਾਲ ਉਹਦੀ ਗੱਲਬਾਤ ਹੋ ਗਈ, ਜੈਨੀ ਦਾ ਦੱਸਿਆ ਜਾਂਦਾ ਪਿਆ ਸੀ, ਤੇ ਉਹ ਆਗੇ ਦੇ ਆਸ਼ਰਮ ਵਿੱਚ ਗੱਲਬਾਤ ਕਰਨ ਲਈ ਕਹਿੰਦੇ ਜਦੋਂ ਕੋਈ ਵਿਚਾਰ ਵਿਮਰਸ਼ ਕਰਦੇ ਆ, ਤੇ ਉਹ ਜਦੋਂ ਆਏ ਤਾਂ ਉਹਨੇ ਪਹਿਲਾਂ ਦੇਖਿਆ, ਕਹਿੰਦਾ ਯਾਰ ਤੁਸੀਂ ਪੈਰਾਂ ਦੇ ਉੱਤੇ ਏਡੇ ਏਡੇ ਕੱਪੜੇ ਕਾਹਲੀ ਬੰਨੇ ਹੋਏ। ਜੈਨੀ ਨੇ ਸਵਾਲ ਕੀਤਾ ਨੇ ਵੀ ਤੁਸੀਂ ਪੈਰਾਂ ਉੱਤੇ ਏਡੇ ਏਡੇ ਵੱਡੇ ਕੱਪੜੇ ਕਾਹਲੀ ਬੰਨੇ ਹੋਏ ਆ। ਕਹਿੰਦੇ ਵੀ ਜੈਨ ਧਰਮ ਦੇ ਮੁਤਾਬਕ ਜਿਹੜਾ ਨਾ ਚੱਪਲ ਪਾ ਨਹੀਂ ਆਪਾਂ ਪਾ ਸਕਦੇ, ਤੇ ਉਹ ਕਹਿੰਦੇ ਵੀ ਚੱਪਲ ਨਹੀਂ ਪਾ ਸਕਦੇ, ਤੇ ਇਹ ਕਿੱਥੇ ਲਿਖਿਆ ਵੀ ਚੱਪਲ ਨਹੀਂ ਪਾ ਸਕਦੇ? ਕਹਿੰਦੇ ਨਹੀਂ ਜੀ, ਸ਼ਾਸਤਰ ਕਹਿੰਦੇ ਇਜਾਜ਼ਤ ਨਹੀਂ ਦਿੰਦੇ ਚੱਪਲ ਪਾਉਣ ਦੀ। ਤੋ ਕਹਿੰਦਾ ਆਪਣਾ ਸ਼ਾਸਤਰ ਮੇਰੇ ਕੋਲ ਹੈ, ਮੈਂ ਵਿੱਚ ਲਿਖ ਦਿੰਦਾ ਚੱਪਲ ਪਾ ਲਿਆ ਕਰੋ। ਉਹ ਕਹਿੰਦੇ ਨਹੀਂ ਤੁਸੀਂ ਕਿੱਦਾਂ ਲਿਖ ਦਿਓ? ਕਹਿੰਦਾ ਉਹ ਵੀ ਤਾਂ ਕਿਸੇ ਨੇ ਲਿਖਿਆ, ਉਹ ਵੀ ਤਾਂ ਸਾਡੇ ਵਰਗੇ ਸੀਗੇ। ਜੇ ਕਿਸੇ ਨੇ ਲਿਖ ਦਿੱਤਾ ਸੀਗਾ ਕਿਸੇ ਵਜ੍ਹਾ ਕਰਕੇ ਚੱਪਲ ਨਾ ਪਾਈ, ਮੈਂ ਲਿਖ ਦੇਣਾ ਹੁਣ ਚੱਪਲ ਪਾ ਲਿਆ ਕਰੋ। ਕਹਿੰਦੇ ਨਹੀਂ ਜੀ, ਇਹ ਤੇ ਵੀ ਸ਼ਾਸਤਰ ਦੀ ਵਿਰੋਧਤਾ ਹੈ, ਚੱਪਲ ਨਹੀਂ ਪਾਉਣੀ। ਤੇ ਨੰਗੇ ਪੈਰੀ ਛਾਲੇ ਪੈ ਗਏ ਆ, ਤੇ ਛਾਲੇ ਹੁਣ ਅੱਗੇ ਹੋਰ ਨਾ ਵਧਣ ਤੇ ਕੋਈ ਕੱਪੜਾ ਬੰਨ ਲਿਆ, ਲਾਇਕ ਉਹ ਇਸ ਹਿਸਾਬ ਨਾਲ ਕੱਪੜਾ ਬੰਨਿਆ ਹੋਇਆ ਸੀਗਾ ਵੀ ਉਹ ਬੂਟ ਹੀ ਬਣਿਆ ਹੋਇਆ ਸੀ। ਬਣੀ ਕੀ ਸੀਗੀ? ਚੱਪਲ ਹੀ ਸੀ, ਯਾਨੀ ਕਿ ਉਹਨੂੰ ਹੀ ਬੂਟ ਬਣਾ ਲਿਆ ਹੋਇਆ ਕੱਪੜਾ ਬੰਨ ਕੇ, ਲੇਕਿਨ ਚੱਪਲ ਨਹੀਂ ਪਾਉਣੀ। ਛਿਟੀ ਦੇ ਨਾਲ ਹੀ ਕੁੱਟਣਾ ਆ, ਉੱਦਾਂ ਥੱਪੜ ਨਹੀਂ ਮਾਰਨਾ, ਡਾਂਟਣਾ ਨੀਗਾ, ਹਨਾ। ਤੇ ਉਹਨੇ ਦੱਸਿਆ, ਕਹਿੰਦਾ ਵੀ ਚੱਪਲ ਪਾਉਣ ਦੇ ਲਈ ਮਨਾ ਕੱਲ੍ਹ ਹੀ ਕੀਤਾ ਗਿਆ ਸੀ। ਅੱਜ ਤਾਂ ਸਾਡੇ ਕੋਲ ਰਬੜ ਦੀਆਂ ਚੱਪਲਾਂ ਆ ਗਈਆਂ, ਹਨਾ, ਹੋਰ ਕਈ ਤਰ੍ਹਾਂ ਦੀ ਆ ਗਈਆਂ। ਪੰਡਤ ਲੋਕਾਂ ਦੇ ਤੁਸੀਂ ਦੇਖਿਆ ਹੋਣਾ, ਉਹਨਾਂ ਨੇ ਉਹ ਖੜਾਵੇਂ ਪਾਏ ਹੁੰਦੇ ਸੀ, ਲੱਕੜ ਦੇ ਹੁੰਦੇ ਸੀ। ਉਹਦੀ ਵਜ੍ਹਾ ਕੀ ਸੀਗੀ ਵੀ ਚਮੜੇ ਦੀ ਚੱਪਲ ਪਾਉਣ ਤੋਂ ਮਨਾ ਕੀਤਾ ਗਿਆ ਸੀ। ਚਮੜੇ ਦੀ ਚੱਪਲ ਪਾਓਗੇ ਮਤਲਬ ਕਿਸੇ ਜੀਵ ਜੰਤੂ ਦਾ ਤੁਸੀਂ ਕਤਲ ਕਰੋਗੇ, ਤੇ ਉਹਦੇ ਚਮੜੇ ਨੂੰ ਤੁਸੀਂ ਕੀ ਕਰੋਗੇ ਭਲਾ? ਇਸਤੇਮਾਲ ਕਰੋਗੇ। ਤੇ ਹੁਣ ਤੇ ਅਕਲ ਦੇ ਉਹਨੇ ਇੰਨੀਆਂ ਕੁ ਟੈਕਨੀਕਾਂ ਆ ਗਈਆਂ ਵੀ ਚਮੜੇ ਦਾ ਤੁਹਾਨੂੰ ਕਿਸੇ ਪਸ਼ੂ ਨੂੰ ਮਾਰਨ ਦੀ ਜ਼ਰੂਰਤ ਨਹੀਂ, ਹੁਣ ਤੇ ਤੁਸੀਂ ਚੱਪਲ ਪਾ ਲਓ। ਤੇ ਸਾਡੀ ਬੁੱਧੀ ਕਿੱਥੇ ਵੱਜ ਜਾਂਦੀ ਭਲਾ? ਕਿਉਂਕਿ ਅਕਲ ਦੇ ਅੰਨੇ ਆ, ਲਕੀਰ ਦੇ ਫਕੀਰ ਆ, ਜਿੱਦਾਂ ਹੈਗਾ ਉੱਦਾਂ ਹੀ ਚੱਲਣਾ ਆ। ਯਹੂਦੀਆਂ ਨੂੰ ਇਸੇ ਕਰਕੇ ਡਾਂਟਾਂ ਪਈਆਂ, ਕਹਿੰਦੇ ਸਬਤ ਦੇ ਦਿਨ ਸੁੱਕੇ ਹੱਥ ਵਾਲੇ ਨੂੰ ਤੂੰ ਚੰਗਾ ਕਿਉਂ ਕੀਤਾ? ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਤੈਨੂੰ ਪਤਾ ਹੋਣਾ ਚਾਹੀਦਾ ਉਸ ਪਰਮੇਸ਼ਵਰ ਨੇ ਇਜਾਜ਼ਤ ਦਿੱਤੀ ਸੀਗੀ ਸਬਤ ਦੇ ਦਿਨ ਕੋਈ ਕੰਮ ਧੰਦਾ ਨਾ ਕਰਨਾ। ਤੇ ਯਿਸੂ ਮਸੀਹ ਨੇ ਕਿਹਾ ਸਬਤ ਦੇ ਦਿਨ ਪਰਮੇਸ਼ਵਰ ਤੁਹਾਨੂੰ ਕਿਹਾ ਨਹੀਂ ਤੁਹਾਡਾ ਗਾਂ ਵੱਛਾ ਡਿੱਗ ਪਏ ਤੇ ਕੱਢ ਲੈਣਾ। ਜੇ ਟੋਏ ਦੇ ਵਿੱਚ ਤੁਹਾਡਾ ਗਾਂ ਵੱਛਾ ਡਿੱਗ ਪਵੇ ਤੇ ਫੇਰ ਕੀ ਕਰੀਏ ਭਲਾ? ਕੱਢ ਲਈਓ। ਤੇ ਕਹਿੰਦਾ ਮੈਂ ਤੁਹਾਨੂੰ ਪੁੱਛਦਾ ਸਬਤ ਦੇ ਦਿਨ ਉਹਨੂੰ ਕੱਢਦੇ ਹੋ ਕਿ ਨਹੀਂ ਕੱਢਦੇ, ਜਾਂ ਟੋਏ 'ਚ ਰਹਿਣ ਦਿੰਦੇ ਹੋ? ਕਹਿੰਦੇ ਕੱਢਦੇ ਆ। ਤੇ ਕਹਿੰਦਾ ਇਹ ਜਿਹੜਾ ਸੁੱਕੇ ਹੱਥ ਦੇ ਵਾਲੇ ਚੰਗਾ ਕੀਤਾ, ਇਹ ਉਹਨਾਂ ਢੱਗਿਆਂ ਦੇ ਨਾਲੋਂ ਅਹਿਮ ਹੈ ਕਿ ਨਹੀਂ? ਸੁਮੁੱਖ ਦੀ ਗੱਲ ਅਸੀਂ ਉੱਥੇ ਹੁੰਦੇ ਆ। ਪਰਮੇਸ਼ਵਰ ਰਾਖੀ ਕਰਦਾ ਆ, ਕਿਉਂਕਿ ਉਹਨੇ ਲਿਖ ਕੇ ਦਿੱਤਾ ਪਰਮੇਸ਼ਵਰ ਤੁਹਾਡੀ ਰਾਖੀ ਕਰੂਗਾ। ਲੇਕਿਨ ਉਹ ਰਾਖੀ ਕਿੱਦਾਂ ਕਰੂਗਾ, ਇਸ ਗੱਲ ਨੂੰ ਅਸੀਂ ਬਰੀਕੀ ਦੇ ਨਾਲ ਸਮਝਣਾ ਆ। ਰਾਖੀ ਕਰਦਾ ਕਿਉਂਕਿ ਵਚਨ ਝੂਠਾ, ਲੇਕਿਨ ਕਿਸ ਤਰੀਕੇ ਦੇ ਨਾਲ ਰਾਖੀ ਕਰਦਾ ਤੇ ਕਿਹਦੀ ਕਿਸ ਤਰੀਕੇ ਦੇ ਨਾਲ ਕਰਦਾ ਹੈ? ਸਾਰਿਆਂ ਦੀ ਰਖਵਾਲੀ ਇੱਕ ਤਰੀਕੇ ਨਾਲ ਹੋਣੀ ਨਹੀਂ, ਸਾਰਿਆਂ ਦੀ ਰਖਵਾਲੀ ਨਹੀਂ ਹੋਣੀ। ਜਗਵੇਦੀ ਦੇ ਉੱਤੇ ਨਬੀ ਕਤਲ ਕੀਤੇ ਗਏ, ਜਗਵੇਦੀ ਦੇ ਉੱਤੇ ਨਬੀ ਕਤਲ ਕੀਤੇ ਗਏ। ਹੋਣ ਦਿੱਤੇ? ਨਬੀ ਦੁਸ਼ਟ ਸੀਗੇ, ਸੱਚੇ ਸੀ, ਤਾਂ ਕਰਕੇ ਕਤਲ ਕੀਤੇ ਗਏ। ਖੁਦਾ ਨੇ ਬਚਾਇਆ? ਖੁਦਾ ਨੇ ਬਚਾਇਆ ਨਹੀਂ, ਹੋਣ ਦਿੱਤਾ। ਹਨ ਇਹਦਾ ਮਤਲਬ ਫਿਰ ਸਾਨੂੰ ਸਮਝਣਾ ਪਊਗਾ ਕਿ ਨਬੀ ਏਲੀ ਵੀ ਸੀਗਾ, ਨਬੀ ਸੈਮੂਅਲ ਵੀ ਸੀਗਾ। ਏਲੀ ਦੀ ਯਾਦਾਸ਼ਤ ਜਿਹੜੀ ਹੈ, ਮਤਲਬ ਉਹਦੀ ਅਗਰ ਅਸੀਂ ਉੱਤੇ ਦੇਖੀਏ ਜਾ ਕੇ, ਤੇ ਏਲੀ ਤੇ ਉਹਦਾ ਵੰਸ਼ ਜਿਹੜਾ ਆ ਉਹ ਕਿੱਡੇ ਖਤਰਨਾਕ ਤਰੀਕੇ ਦੇ ਨਾਲ ਮਾਰਿਆ ਗਿਆ। ਔਰ ਉਹਦੀ ਮੌਤ ਦਾ ਜਿਹੜਾ ਐਲਾਨ ਆ ਉਹ ਕਿਹਨੇ ਕੀਤਾ? ਉਹਦੇ ਚੇਲੇ ਨੇ। ਕਿਹਨੇ ਕੀਤਾ ਜੀ? ਤੁਸੀਂ ਆ ਜਾ ਕੇ ਮੈਨੂੰ ਦੱਸ ਸਕਦੇ? ਤੁਹਾਨੂੰ ਰਾਤ ਨੂੰ ਦੱਸਣਾ ਪਾਸਟਰ ਤੁਹਾਨੂੰ ਜੁੱਤੀਆਂ ਪੈਣ ਵਾਲੀਆਂ, ਦੱਸੋਗੇ? ਜਿਹੜਾ ਆਤਮਾ ਪਰਮੇਸ਼ਰ ਦੀ ਪ੍ਰਗਟ ਕਰੇ, ਕੁਝ ਪ੍ਰਗਟ ਕਰੇ ਤੇ ਸੇਵਕ ਨੂੰ, ਵਿਸ਼ਵਾਸੀ ਨੂੰ ਦੱਸ ਸਕਦੇ ਨਹੀਂ, ਇਹ ਤੇ ਉਹੀ ਦੱਸੂਗਾ ਨਾ ਜਿਹਦੀ ਅੰਦਰ ਦੀ ਅੱਖ ਖੁੱਲੀ ਹੈ। ਹਾਂਜੀ, ਦੂਜੇ ਨੇ ਭਲਾ ਕੀ ਕਰ ਜਾਣਾ? ਡਰ ਜਾਣਾ। ਜੇ ਮੈਂ ਪਾਦਰੀ ਨੂੰ ਜਾ ਕੇ ਦੱਸਿਆ ਪਾਸਟਰ ਦਾ ਤੁਹਾਨੂੰ ਤੇ ਜੁੱਤੀਆਂ ਸਿਰੇ ਪੈਣ ਵਾਲੀਆਂ, ਉਹ ਕਹੂਗਾ ਤੇਰੇ ਨਾਲ ਰੱਬ ਜਿਆਦੀ ਗੱਲ ਹੋਣੀ ਵੀ ਏਦਾਂ ਹੀ ਆ।
ਪੈਣ ਵਾਲੀਆਂ ਭਾਵੇਂ ਸੱਚੀ ਮੁੱਚੀ ਹੋਣ, ਉਹਦੇ ਅਹੰਕਾਰ ਨੇ ਉਹਦੇ ਅੱਗੇ ਆਉਣਾ ਆ। ਤੂੰ ਕੱਲ ਆ ਕੇ ਮੇਰੇ ਕੋਲੋਂ ਸਿੱਖ ਕੇ, ਮੇਰੇ ਕੋਲ ਤੌਬਾ ਕਰਕੇ, ਮੇਰੇ ਸਾਹਮਣੇ ਮੇਰੇ ਕੋਲੋਂ ਬਪਤਿਸਮਾ ਲੈ ਕੇ ਤੂੰ ਮੇਰੇ ਬਾਰੇ ਭਵਿੱਖਬਾਣੀ ਕਰਨ ਡਿਆ ਕਿਉਂ? ਕਿਉਂਕਿ ਘਮੰਡ ਹੋਣਾ ਨਾ, ਮੈਂ ਤੇਰਾ ਉਸਤਾਦ ਤੇ ਤੈਨੂੰ ਰੱਬ ਨੇ ਕਿਹਾ, ਤੇਰੇ ਨਾਲ ਦਰਸ਼ਨ 'ਚ ਗੱਲ ਕੀਤੀ, ਮੇਰੇ ਨਾਲ ਨਹੀਂ ਕੀਤੀ। ਜੇ ਰੱਬ ਤੈਨੂੰ ਦੱਸ ਸਕਦਾ, ਮੈਨੂੰ ਵੀ ਤਾਂ ਦੱਸ ਹੀ ਸਕਦਾ। ਏਲੀ ਨੂੰ ਕਿਉਂ ਨਹੀਂ ਦੱਸਿਆ? ਏਲੀ ਨੂੰ ਕਿਉਂ ਨਹੀਂ ਦੱਸਿਆ? ਸੈਮੂਅਲ ਨੂੰ ਹੀ ਕਿਉਂ ਦੱਸਿਆ? ਤੇ ਜੇ ਸੈਮੂਅਲ ਮਰਿਆਦਾ ਦੇ ਵਿੱਚ ਹਿਸਾਬ ਦੇ ਨਾਲ ਰਹਿ ਕੇ ਉਹ ਡਰ ਜਾਂਦਾ ਤੇ ਫਿਰ ਸੈਮੂਅਲ ਨਾ ਹੁੰਦਾ। ਹਾਂਜੀ, ਉਹਦੇ ਨਾਮ ਦਾ ਅਰਥ ਹੀ ਹੈ ਖੁਦਾ ਦੇ ਕੋਲੋਂ ਮੰਗਿਆ ਹੈ। ਸੈਮੂ ਮਤਲਬ ਮੰਗਿਆ ਹੈ, ਏਲ ਮਤਲਬ ਖੁਦਾ, ਖੁਦਾ ਦੇ ਕੋਲੋਂ ਮੰਗ ਕੇ ਲਿਆ ਹੋਇਆ। ਤੇ ਜਿਹੜਾ ਖੁਦਾ ਦੇ ਕੋਲੋਂ ਮੰਗ ਕੇ ਲਿਆ ਹੋਇਆ ਉਹ ਖੁਦਾ ਦੀ ਹੀ ਇੱਛਾ ਨੂੰ ਪੂਰਾ ਕਰਨ ਦੇ ਲਈ ਆ। ਇਸ ਲਈ ਉਹਨੇ ਆਪਣੇ ਉਸਤਾਦ ਨੂੰ ਜਾ ਕੇ ਦੱਸਿਆ। ਤੇ ਅੱਜ ਅਸੀਂ ਕਿਉਂ ਨਹੀਂ ਦੱਸਦੇ ਭਲਾ? ਹਾਂਜੀ, ਝੂਠੇ ਹੁੰਦੇ ਨਾ ਕਿ ਸੱਚੀ ਗੱਲ ਸਾਨੂੰ ਹੁੰਦੀ ਨਹੀਂ। ਉਹ ਠੀਕ ਹੈ, ਕਾਫੇ ਜਿਹਾ ਲਾ ਲੈਂਦੇ ਆਪਣੇ। ਨਹੀਂ ਸੱਚੀ ਵੀ ਹੋਵੇ ਤਾਂ ਵੀ ਅਸੀਂ ਡਰ ਜਾਣਾ ਆ। ਤੇ ਅਗਲੀ ਗੱਲ ਵੀ ਆ ਨਾ, ਅਗਲੀ ਗੱਲ ਇਹ ਜਿਹਨੂੰ ਦੱਸਣ ਜਾਣਾ ਉਹ ਤੇ ਵਿਚਾਰਾ ਪਾਟਾ ਹੋਇਆ ਘਮੰਡ ਦੇ ਵਿੱਚ। ਉਹਨੂੰ ਦਸੀਏ ਤੇ ਦਸੀ। ਅੱਜ ਇਸੇ ਕਰਕੇ ਉਹ ਕਹਿੰਦੇ ਤੂੰ ਜ਼ਿਆਦਾ ਪਾਦਰੀ ਨਾ ਬਣ। ਜਿਹੜੀ ਬਾਈਬਲ ਤੇ ਇੱਕੋ ਉਹ, ਜਿਹੜਾ ਬਪਤਿਸਮਾ ਤੂੰ ਲਿਆ ਉਹ ਅਸੀਂ ਵੀ, ਜਿਹੜਾ ਆਤਮਾ ਤੇਰੇ ਕੋਲ ਆ ਉਹ ਸਾਡੇ ਕੋਲ ਵੀ ਆ। ਤੈਨੂੰ ਖੁਦਾ ਵਾਲਾ ਨਹੀਂ ਦੱਸਦਾ, ਸਾਨੂੰ ਵੀ ਖੁਦਾ ਦੱਸ ਸਕਦਾ ਹੈ ਨਾ। ਇਹਦੇ ਕਹਿੰਦੇ ਨਾ ਅੱਜ। ਲੇਕਿਨ ਖੁਦਾ ਦਾ ਆਪਣਾ ਇੱਕ ਤਰੀਕਾ ਹੈ। ਯਸ਼ਾਇਆ ਨੇ ਹਿਜਕੀਆ ਨੂੰ ਜਾ ਕੇ ਕਿਹਾ ਨਾ ਮਰ ਜਾਣਾ। ਹਾਂਜੀ, ਹਿਜਕੀਆ ਨੇ ਪ੍ਰਾਰਥਨਾ ਕੀਤੀ, ਹਿਜਕੀਆ ਦੀ ਸੁਣੀ ਗਈ, 15 ਸਾਲ ਵਧਾਏ, ਸਿੱਧਾ ਕਿਹਾ ਤਾ। ਹਾਂਜੀ, ਸਿੱਧਾ ਹਿਜਕੀਆ ਨਾਲ ਗੱਲ ਕੀਤੀ ਖੁਦਾ ਨੇ? ਹਾਂਜੀ, ਕਿਹਨੂੰ ਕਿਹਾ ਭਲਾ? ਜਿਹੜਾ ਮੌਤ ਦਾ ਫਰਮਾਨ ਲੈ ਕੇ ਆਇਆ ਉਹਨੇ ਕਿਹਾ, ਆਪਣੇ ਦਾਸ ਨੂੰ ਸ਼ਰਮਿੰਦਾ ਹੋਣ ਦਿੱਤਾ। ਜਿਹੜਾ ਦਾਸ ਆ ਉਹਨੂੰ ਸ਼ਰਮਿੰਦਾ ਨਹੀਂ ਹੋਣ ਦਿੰਦਾ, ਤੇ ਜਿਹੜਾ ਦਾਸ ਆ ਉਹਦੇ ਨਾਲ ਸਿੱਧੀ ਗੱਲ ਕਰ ਲੈਂਦਾ ਆ ਖੁਦਾ। ਲੇਕਿਨ ਜਦੋਂ ਦਾਸ ਭਟਕ ਜਾਵੇ ਫਿਰ ਉਦੋਂ ਤੁਹਾਡੇ ਸਾਡੇ ਵਰਗਿਆਂ ਨਾਲ ਗੱਲ ਕਰਦਾ। ਤੇ ਉਹਨਾਂ ਦੇ ਮੂੰਹੋਂ ਇਸ ਕਰਕੇ ਕਹਾਉਂਦਾ ਆ ਵੀ ਕੱਲ ਨੂੰ ਜਦੋਂ ਨਿਆਂ ਦੇ ਤਖਤ ਦੇ ਉੱਤੇ ਬਹਿਣਾ ਨਾ, ਇਹ ਗੱਲਾਂ ਹੀ ਉਹਦੇ ਉੱਤੇ ਸਾਖੀ ਦੇਣਗੀਆਂ ਕਿ ਉਹਨੂੰ ਇਸ ਚੀਜ਼ ਦੇ ਲਈ ਵਾਰਨ ਕੀਤਾ ਗਿਆ ਸੀ, ਪਰ ਸੁਧਰਿਆ ਨਹੀਂ। ਸੋ ਖੁਦਾ ਰਾਖੀ ਕਰਦਾ ਆ। ਰਾਖੀ ਕਰਨ ਵਾਲੇ ਖੁਦਾ ਨੇ ਪਹਿਲਾ ਵਾਅਦਾ ਕੀ ਕੀਤਾ ਆ? ਨਾ ਡਰ। ਕੀ ਕੀਤਾ ਜੀ? ਰਾਖੀ ਕਰਨ ਵਾਲਾ ਖੁਦਾ ਕਹਿੰਦਾ ਤੂੰ ਨਾ ਡਰ। ਹੁਣ ਅਸੀਂ ਇਸ ਚੀਜ਼ ਨੂੰ ਸਮਝਾਂਗੇ ਵੀ ਨਾ ਡਰ ਕਿਸ ਤਰ੍ਹਾਂ ਦਾ ਡਰ ਆ। ਹਾਂਜੀ, ਮਿਸਾਲ ਦੇ ਤੌਰ ਦੇ ਉੱਤੇ ਤੁਹਾਡੇ ਕੋਲ ਕਾਗਜ਼ ਨਹੀਂ ਹੈ, ਤੁਹਾਨੂੰ ਪੁਲਿਸ ਫੜਨ ਆ ਸਕਦੀ ਹੈ। ਵਚਨ ਕੀ ਕਹਿੰਦਾ? ਤੁਹਾਨੂੰ ਕਹਿੰਦਾ ਵਚਨ ਨਾ ਡਰ। ਹਾਂਜੀ ਹਾਂਜੀ, ਕਿਹਨੂੰ ਕਹੂਗਾ ਭਲਾ? ਅਮਰੀਕਾ ਦੀ ਧਰਤੀ ਉੱਤੇ ਤੁਸੀਂ ਲੀਗਲ ਹੋ, ਤੁਹਾਨੂੰ ਬਚਨ ਕਿੱਦਾਂ ਕਹੂਗਾ ਨਾ ਡਰ? ਹਾਂਜੀ ਭਾਈ ਜੀ, ਵਚਨ ਕਿਹਨੂੰ ਕਹੂਗਾ ਨਾ ਡਰ ਭਲਾ? ਹਾਂਜੀ, ਜਿਹੜਾ ਵਚਨ ਦੇ ਅਨੁਸਾਰ ਆ ਉਹਦੇ ਲਈ ਇਹ ਵਾਅਦਾ ਕੀ ਕਰ ਭਲਾ? ਜਿਹੜਾ ਵਚਨ ਤੋਂ ਬਾਹਰ ਆ ਉਹਦੇ ਲਈ ਨਹੀਂ। ਕੀ ਕਹਿੰਦਾ? ਜਿਹੜਾ ਵਚਨ ਤੇ ਖੜਾ ਉਹ ਮੇਰਾ, ਜਿਹੜਾ ਵਚਨ ਤੇ ਖੜਾ ਉਹ ਮੇਰਾ ਸ਼ਾਗਿਰਦ ਆ। ਤੁਹਾਡਾ ਕੇਸ ਕਿਉਂ ਨਹੀਂ ਸੀ ਲਾਇਆ ਭਲਾ? ਸੀ ਇਸੇ ਲਈ ਨਹੀਂ ਲਾਇਆ ਵੀ ਨੰਬਰ 1 ਤੇ ਇਹ ਹੈ ਵੀ ਪ੍ਰਭੂ ਦੀ ਆਮਦ ਕੀ ਹੈ ਭਲਾ? ਸਿਰ ਦੇ ਉੱਤੇ ਹੈ। ਅਸੀਂ ਆਖਰ ਪ੍ਰਭੂ ਦੇ ਨਾਲ ਕਦੋਂ ਤੱਕ ਖਿਲਵਾੜ ਕਰਦੇ ਰਵਾਂਗੇ? ਇੱਕ ਕੇਸ ਬਣਾਵਾਂਗੇ, ਝੂਠੀ ਇੱਕ ਸਟੇਟਮੈਂਟ ਲਿਖਾਂਗੇ, ਉਸ ਝੂਠੀ ਸਟੇਟਮੈਂਟ ਦੇ ਉੱਤੇ ਫਿਰ ਝੂਠ ਤੇ ਝੂਠ ਬੋਲਾਂਗੇ। ਫਿਰ ਮੇਰੇ ਵਰਗਾ ਪਾਦਰੀ ਵੀ ਤੁਹਾਨੂੰ ਲਿਖ ਕੇ ਦੇਊਗਾ, ਹਾਂਜੀ ਇਹ ਮੇਰੇ ਚਰਚ ਦਾ ਮੈਂਬਰ ਜੀ, ਬੜਾ ਨੇਕ ਬੰਦਾ। ਹਾਂਜੀ, ਇਹ ਲਿਖ ਕੇ ਦੇਊਗਾ ਨਾ। ਇਹ ਕੀ ਹੈ ਭਲਾ? ਇੱਕ ਭਾਈ ਨੂੰ ਇਹ ਵੀ ਲੈ ਕੇ ਆਇਆ ਸੀ, ਉਹ ਜਿੰਨੀ ਕਿ ਦੇਰ ਉਹਨੂੰ ਚਿੱਠੀ ਨਾ ਦਿੱਤੀ ਉਨੀ ਦੇਰ ਆਉਂਦਾ ਰਿਹਾ। ਚਿੱਠੀ ਉਹਨੇ ਲਈ, ਬਾਅਦ 'ਚ ਉਹਦਾ ਮੂੰਹ ਨਹੀਂ ਮੈਨੂੰ ਦੱਸਿਆ। ਕੱਲ੍ਹ ਮੈਂ ਫੋਟੋ ਵਿੱਚ ਦੇਖਿਆ। ਤੇ ਹੁਣ ਜਦੋਂ ਦੁਬਾਰਾ ਉਹਦੀ ਸਟੇਟਮੈਂਟ ਆਉਣੀ ਆ ਤੇ ਉਹਨਾਂ ਨੇ ਮੈਨੂੰ ਫੋਨ ਕਰਨਾ ਤੇ ਮੈਂ ਦੱਸਣਾ ਮੇਰੇ ਚਰਚ 'ਚ ਨਹੀਂ ਆਉਂਦਾ। ਮੈਂ ਜਦੋਂ ਚਿੱਠੀ ਦਿੱਤੀ ਸੀ ਉਹਨਾਂ ਦਿਨਾਂ 'ਚ ਆਇਆ ਸੀਗਾ, ਹੁਣ ਮੇਰੇ ਚਰਚ ਵਿੱਚ ਮੈਂ ਕਿਉਂ ਝੂਠ ਬੋਲਾਂ ਵੀ?
ਹੁਣ ਕੀ ਕਹਿੰਦਾ, ਨਾ ਡਰ। ਵਾਅਦਾ ਕਿਹਨਾਂ ਦੇ ਨਾਲ ਆ? ਜਿਹੜੇ ਪੂਰਾ ਤਰੀਕੇ ਦੇ ਨਾਲ ਉਸ ਗੱਲ ਦੇ ਵਿੱਚ ਜਿਹਦੇ ਲਈ ਪ੍ਰਾਰਥਨਾ ਕਰਦੇ ਆ, ਪ੍ਰਭੂ ਦੇ ਨਾਲ ਕੀ ਹੈ ਭਲਾ ਖੜੇ ਆ। ਲੇਕਿਨ ਸਾਨੂੰ ਭਰਮ ਕੀ ਰਹਿੰਦਾ ਆ, ਨਹੀਂ ਜੀ ਮੈਂ ਗਲਤ ਵੀ ਹਾਂ ਤਾਂ ਵੀ ਪ੍ਰਭੂ ਕੀ ਕਹਿੰਦਾ, ਮੈਂ ਤੇਰੇ। ਇੱਥੋਂ ਅਸੀਂ ਫਿਰ ਪ੍ਰਭੂ ਆਪਣੇ ਨੂੰ ਕੀ, ਇੱਕ ਪਾਸੇ ਅਸੀਂ ਕਹਿੰਦੇ ਪ੍ਰਭੂ ਕੀ ਹੈ, ਨਿਆਈ ਆ ਤੇ ਧਰਮੀ ਆ। ਨਿਆਈ ਤੇ ਧਰਮੀ ਦਾ ਮਤਲਬ ਭਲਾ ਕੀ ਆ? ਕਿਸੇ ਦਾ ਪੱਖਪਾਤ ਕਰਦਾ, ਦੁਸ਼ਟ ਨੂੰ ਦੁਸ਼ਟ ਠਹਿਰਾਉਂਦਾ ਆ ਤੇ ਧਰਮੀ ਨੂੰ, ਦੁਸ਼ਟ ਨੂੰ ਦੁਸ਼ਟ ਤੇ ਧਰਮੀ ਨੂੰ ਧਰਮੀ ਠਹਿਰਾਉਂਦਾ ਆ। ਅਸੀਂ ਆਪਣੇ ਪਰਮੇਸ਼ਵਰ ਦੇ ਇਹਨਾਂ ਗੁਣਾਂ ਦਾ ਪ੍ਰਚਾਰ ਕਰਦੇ ਹਾਂ। ਤੇ ਜੇ ਅਸੀਂ ਅੱਜ ਕਹੀਏ ਵੀ ਉਹ ਦੁਸ਼ਟਤਾ ਦੇ ਵਿੱਚ ਸਾਡੇ ਨਾਲ ਆ, ਤੇ ਫਿਰ ਅਸੀਂ ਕੀ ਦੱਸਣਾ ਚਾਹੁੰਦੇ? ਸਾਡਾ ਪਰਮੇਸ਼ਵਰ ਕੀ ਆ? ਨਿਆਈ ਨਹੀਂ ਆ। ਸਾਡਾ ਪਰਮੇਸ਼ਵਰ ਧਰਮੀ ਵੀ ਨਹੀਂ ਹੈ। ਫਿਰ ਹੁਣ ਕਹਿੰਦਾ ਨਾ ਡਰ। ਨਾ ਡਰ ਦਾ ਮਤਲਬ ਕੀ ਹੈ? ਨਾ ਡਰ ਦਾ ਮਤਲਬ ਇਹ ਹੈ ਵੀ ਮੇਰਾ ਇਹ ਭਰੋਸਾ ਹੋਣਾ ਚਾਹੀਦਾ ਕਿ ਅਗਰ ਖੁਦਾ ਦੀ ਫਜ਼ਲ ਦੇ ਨਾਲ ਮੈਂ ਇਸ ਕੰਟਰੀ 'ਚ ਪਹੁੰਚਿਆ, ਭਾਵੇਂ ਆਪਣੀ ਅਕਲ ਲੜਾ ਕੇ ਪਹੁੰਚਿਆ, ਅਗਰ ਇੱਥੇ ਆਉਣ ਦੇ ਪਿੱਛੇ ਖੁਦਾ ਦੀ ਕੋਈ ਯੋਜਨਾ ਆ, ਤੇ ਖੁਦਾ ਮੇਰੀਆਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਆਪੇ ਹੀ ਹੱਲ ਕਰੇਗਾ। ਕੀ ਕਰੂਗਾ ਭਲਾ? ਆਪੇ ਹੱਲ ਕਰੂਗਾ। ਮੈਂ ਝੂਠ ਨਹੀਂ ਬੋਲਾਂਗਾ। ਹਿੰਮਤ ਰੱਖ ਦਿਓ ਕਿ ਜੱਜ ਦੇ ਸਾਹਮਣੇ ਜਾ ਕੇ ਕਹਿ ਦਿਓ ਮੈਂ ਤੁਹਾਨੂੰ ਜਿਹੜੀ ਸਟੇਟਮੈਂਟ ਦਿੱਤੀ ਹੈ ਗਲਤ ਹੈ। ਕੀ ਵਿਸ਼ਵਾਸ ਕਰਦੇ ਹੋ ਕਿ ਅਗਰ ਤੁਸੀਂ ਇਹ ਸਟੇਟਮੈਂਟ ਜਾ ਕੇ ਦੇ ਦਿਓ ਤੇ ਤੁਹਾਡੀ ਇਸ ਸੱਚੀ ਸਟੇਟਮੈਂਟ ਦੇ ਉੱਤੇ ਜੱਜ ਤੁਹਾਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਸਕਦਾ? ਹਾਂਜੀ, ਨਾ 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 ਨਾ, ਤੁਸੀਂ ਗੱਲ ਕਰੋ, ਤੁਸੀਂ ਨਿਰਣੇ ਲਓ ਨਾ। ਮੈਂ ਆਪਣੇ ਖੁਦਾ ਦੇ ਵਿੱਚ ਸੱਚਾਈ ਦੇ ਨਾਲ ਚੱਲਣਾ ਆ। ਮੈਂ ਜਾ ਕੇ ਦੱਸਾਂਗਾ ਇਹ ਗਲਤ ਆ। ਚਲੋ ਦੱਸੋ। ਛਾਤੀ ਠੋਕ ਕੇ ਤੇ ਅਸੀਂ ਕਹਿੰਦੇ ਅਸੀਂ ਬੜੇ ਵਧੀਆ ਮਸੀਹੀ, ਮੈਂ ਦੂਜੇ ਨਾਲ ਧਰਮੀ, ਮੇਰਾ ਦੂਜੇ ਨਾਲ ਈਮਾਨ ਵੱਡਾ। ਜਦੋਂ ਗਵਾਹੀਆਂ ਦੇਣ ਦੀ ਵਾਰੀ ਆਉਂਦੀ ਉਦੋਂ ਛਾਤੀ ਠੋਕ ਕੇ ਸਟੇਜ ਤੇ ਖੜੇ ਹੋ ਕੇ ਗਵਾਹੀਆਂ ਦਿੰਦੇ ਆ, ਮੇਰੇ ਈਮਾਨ ਵਰਗਾ ਈਮਾਨ ਨਹੀਂ। ਦੱਸੋ, ਜੁਰਤ ਕਰਦੇ ਉੱਥੇ ਜਾ ਕੇ ਸੱਚ ਦੱਸਣ ਦੀ? ਹਾਲੇਲੂਇਆ। ਬੋਲੋ। ਮੈਨੂੰ 2002 ਚ ਪੁਲਿਸ ਨੇ ਚੱਕਿਆ, ਕਹਿੰਦੇ ਤੇਰੇ ਤੇ ਆ ਇਲਜ਼ਾਮ। ਬੋਲ ਕਿੱਦਾਂ? ਮੈਂ ਕਿਹਾ ਬਿਲਕੁਲ ਸੱਚੇ ਆ। ਭਲਾ ਕਦੋਂ ਕਿ ਜਦੋਂ ਰਾਤ ਨੂੰ ਮੈਂ ਤੌਬਾ ਕਰ ਚੁੱਕਾ ਸੀ, ਪ੍ਰਭੂ ਜੀ ਇਹ ਸਭ ਕੁਝ ਗਲਤ ਹੋਇਆ ਆ, ਤੈਨੂੰ ਵੀ ਪਤਾ ਮੈਨੂੰ ਵੀ ਪਤਾ, ਮੰਨ ਲੈਣਾ, ਇੱਕ ਮੌਕਾ ਦੇ। ਅਗਲੇ ਦਿਨ SSP ਆਇਆ, ਕਹਿੰਦਾ ਹਾਂ ਵੀ ਹੁਣ ਤੈਨੂੰ ਪਾਈਏ ਲੰਮਾ ਤੇ ਛਿੱਲੀਏ ਕਿ ਜਾਂ ਦੱਸਣਾ? ਮੈਂ ਕਹੀ ਨਹੀਂ ਜੀ, ਦੱਸਣ ਛਿੱਲਣ ਜਾਣ ਦੀ ਜ਼ਰੂਰਤ ਹੀ ਨਹੀਂ ਗੀ। ਜੋ ਤੁਸੀਂ ਮੈਨੂੰ ਕਹਿ ਰਹੇ ਹੋ ਬਿਲਕੁਲ ਸੱਚ ਹੀ ਹੈ। ਅਗਲੇ ਦਿਨ ਹੀ ਛੱਡ ਦਿੱਤਾ ਮੈਨੂੰ ਉਹਨਾਂ ਨੇ। 3 ਗੱਡੀਆਂ ਆਈਆਂ ਸੀ ਪੁਲਿਸ ਦੀਆਂ ਘਰ ਛੱਡਣ ਵਾਸਤੇ ਮੁਜਰਮ ਨੂੰ। ਕਦੀ ਸੁਣਿਆ ਪੁਲਿਸ ਛੱਡਣ ਵੀ ਆਵੇ? ਪੂਰੀ ਬਸਤੀ ਬਾਵਾ ਖੇਲ ਗਵਾਇਆ, ਮੁਜਰਮ ਨੂੰ ਪੁਲਿਸ ਛੱਡਣ ਆਈ ਘਰ। ਭਰੋਸਾ ਤਾਂ ਫਿਰ ਇੱਦਾਂ ਦਾ ਹੋਣਾ ਚਾਹੀਦਾ ਨਾ। ਸਾਨੂੰ ਭਲਾ ਕੀ? ਨਹੀਂ 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 ਨਹੀਂ, ਇੱਦਾਂ ਜੇ ਦੱਸ ਜਿਉਂਦੇ ਖੁਦਾ ਨੂੰ ਮੰਨਣਾ, ਜਿਉਂਦੇ ਖੁਦਾ ਦੀਆਂ ਗਵਾਹੀਆਂ ਦੇਣੀਆਂ, ਤੇ ਜਿੱਥੇ ਖੁਦਾ ਨੂੰ ਸਿੱਧ ਕਰਨ ਦੀ ਵਾਰੀ ਆਉਣੀ ਉੱਥੇ ਸਾਡਾ ਪਿਸ਼ਾਬ ਨਿਕਲ ਜਾਂਦਾ। ਤੇ ਫਿਰ ਕਾਹਦੀਆਂ ਮਸੀਹਾਂ ਦੀਆਂ ਅਸੀਂ ਦਾਅਵੇ ਕਰਦੇ ਹਾਂ ਜੀ? ਹਾਂਜੀ, ਯੂਸਫ ਗਿਆ ਨਾ ਝੂਠੇ ਇਲਜ਼ਾਮ ਦੇ ਵਿੱਚ, ਅੰਦਰ ਗਿਆ, ਇਤਰਾਜ਼ ਕੀਤਾ, ਅੰਦਰ ਜਾ ਕੇ ਰੋਇਆ। ਯੂਸਫ ਨੂੰ ਆਪਣੇ ਦਰਸ਼ਨ ਦਾ ਪਤਾ ਸੀ। ਸਾਡੇ ਕੋਲ ਦਰਸ਼ਨ ਹੀ ਕੋਈ ਨਹੀਂਗਾ। ਜੇ ਦਰਸ਼ਨ ਹੋਵੇ ਨਾ ਤੇ ਫਿਰ ਯੂਸਫ ਵਾਂਗੂ ਅਸੀਂ ਜਿੱਥੇ ਵੀ ਹੋਈਏ ਨਾ ਉੱਥੇ ਜਾਇਆ ਕਾਰ ਕਰੀਏ, ਪ੍ਰਭੂ ਜੀ ਕੋਈ ਗੱਲ ਹੀ ਨਹੀਂ, ਜੇ ਇੱਦਾਂ ਆ ਤਾਂ ਵੀ ਠੀਕ ਆ, ਜੇ ਇੱਦਾਂ ਆ ਤਾਂ ਵੀ ਠੀਕ ਆ, ਜੇ ਇੱਦਾਂ ਤਾਂ ਵੀ ਵਰੀ ਕੋਈ ਨਹੀਂ। ਕਿਉਂਕਿ ਉਹਨੇ ਕੀ ਕਿਹਾ ਭਲਾ? ਨਾ ਡਰ। ਤੇ ਅਸੀਂ ਇਸੇ ਇੱਕ ਸ਼ਬਦ ਨੂੰ ਅੱਜ ਸਿੱਖ ਲਈਏ ਤੇ ਮੇਰੇ ਖਿਆਲ ਨਾਲ ਕਾਫੀ ਆ ਵੀ ਤੂੰ ਨਾ ਡਰ। ਤੇ ਨਾ ਡਰਨ ਦੇ ਉੱਤੇ ਅਸੀਂ ਦੇਖਣਾ ਆ ਵੀ ਪ੍ਰਭੂ ਨੇ ਕਹਿਤਾ ਨਾ ਡਰ। ਹੁਣ ਕਿਹੜੀ ਕਿਹੜੀ ਚੀਜ਼ ਤੋਂ? ਸਵੇਰੇ ਭਾਈ ਸਨੀ ਜੀ ਨੂੰ ਥੋੜੀ ਦਰਦ ਹੁੰਦੀ ਆ, ਹਾਂਜੀ, ਤੇ ਹਸਪੀਟਲ ਪਹੁੰਚਦੇ ਆ ਤੇ ਡਾਕਟਰ ਸਾਹਿਬ ਕਹਿੰਦੇ ਜੀ ਪੇਟ ਦਾ ਕੈਂਸਰ ਹੈ। ਹਾਂਜੀ, ਬਚਨ ਹੁਣ ਅਸੀਂ ਕੀ ਸੁਣਿਆ ਭਲਾ? ਵਚਨ ਨੇ ਕੀ ਕਿਹਾ? ਹਾਂਜੀ, ਵਚਨ ਨੇ ਕੀ ਕਿਹਾ? ਨਾ ਡਰ। ਹੁਣ ਇਸ ਸੁਣੇ ਹੋਏ ਵਚਨ ਨੂੰ ਸਿੱਧ ਕਰਨ ਦਾ ਵੇਲਾ ਭਲਾ ਕਦੋਂ ਆ? ਇਸ ਸੁਣੇ ਹੋਏ ਵਚਨ ਨੂੰ ਸਿੱਧ ਕਰਨ ਦਾ ਵੇਲਾ ਉਦੋਂ ਨਹੀਂ ਕਿ ਤੁਹਾਨੂੰ ਪਹਿਲਾਂ ਕੈਂਸਰ ਦੱਸਿਆ ਸੀ, ਅੱਜ ਤੁਸੀਂ ਵਚਨ ਸੁਣਿਆ ਤੇ ਅਗਲੇ ਦਿਨ ਗਏ ਤੇ ਡਾਕਟਰ ਨੇ ਕਹਿਤਾ ਕੈਂਸਰ ਹੈ ਨਹੀਂਗਾ। ਇਹ ਖੁਦਾ ਨੂੰ ਸਿੱਧ ਕਰਨ ਦਾ ਵੇਲਾ ਨਹੀਂ ਤੁਹਾਡੇ ਕੋਲ। ਵੇਲਾ ਭਲਾ ਕਦੋਂ ਆ?
ਨਾ ਡਰ ਨੂੰ ਸਿੱਧ ਕਰਨਾ ਵੇਲਾ ਕਦੋਂ ਆ ਭਲਾ? ਡਾਕਟਰ ਕੀ ਕਹਿੰਦਾ ਭਲਾ? ਹਾਂਜੀ ਭਾਈ ਸਾਹਿਬ 2-3 ਮਹੀਨੇ ਹੀ ਆ। ਹਾਂਜੀ ਜਿਹੜੇ 4 ਦਿਨ ਪ੍ਰਭੂ ਕਰਨੇ ਕਰ ਰਾ। ਤੇ ਹੁਣ ਕੀ ਹੈ ਭਲਾ? ਹੁਣ ਇਸ ਵਰਸ ਨੂੰ ਕਲੇਮ ਕਰਨ ਦਾ ਮੌਕਾ ਆਇਆ। ਮੇਰੇ ਖੁਦਾ ਨੇ ਭਲਾ ਕੀ ਕਿਹਾ? ਨਾ ਡਰ। ਤੇ ਫਿਰ ਘਰ ਆ ਕੇ ਰੋਜ਼ਾ ਰੱਖ ਕੇ ਪ੍ਰਾਰਥਨਾ ਕਰਨੀ ਬਣਦੀ ਕਿ ਨਹੀਂ? ਹਾਂਜੀ। ਤੇ ਇਹੋ ਜਿਹਾ ਬੰਦਾ ਜਿਹੜਾ ਕਹਿੰਦਾ ਨਾ ਵੀ ਬਣਦੀ ਆ, ਉਹ ਚਰਚ 'ਚ ਮੇਰੇ ਕੋਲ ਨਾ ਆਇਆ ਕਰੇ। ਇੱਦਾਂ ਦੇ ਡਰਪੋਕਾਂ ਦੀ ਇਸ ਕਲੀਸਿਆ ਦੇ ਵਿੱਚ ਜ਼ਰੂਰਤ ਨਹੀਂ। ਕਿਉਂਕਿ ਸਿੱਖਦੇ ਕੀ ਭਲਾ ਪਏ ਆ? ਇਹ ਵਚਨ ਕੋਈ ਤਮਾਸ਼ਾ ਥੋੜੀ ਆ। ਇਹ ਵਚਨ ਤਮਾਸ਼ਾ ਨਹੀਂ ਆ। ਇਸ ਵਚਨ ਨੂੰ ਤੁਸੀਂ ਦੁਨੀਆ ਤੱਕ ਲੈ ਕੇ ਜਾਂਦੇ ਹੋ, ਦਾਅਵਾ ਕਰਦੇ ਹੋ ਕਿ ਮੁਕਤੀ ਦਾਤੇ ਦੇ ਕੋਲ ਪਹੁੰਚੇ ਆ। ਇਸ ਵਚਨ ਨੂੰ ਸਿੱਧ ਕਰਨ ਦਾ ਉਦੋਂ ਵੇਲਾ ਆ। ਵੇਲਾ ਕੀ ਹੈ ਭਲਾ? ਡਾਕਟਰ ਨੇ ਕਿਹਾ ਹਾਂਜੀ ਕੈਂਸਰ ਆ ਜੀ, 2-3 ਮਹੀਨੇ ਆ ਜੀ। ਤੇ ਉੱਥੇ ਉਸ ਡਾਕਟਰ ਦੇ ਸਾਹਮਣੇ ਜਦੋਂ ਤੁਸੀਂ ਹੱਥ ਚੁੱਕ ਕੇ ਦੁਆ ਕਰੋ, ਖੁਦਾ ਇਸ ਕੈਂਸਰ ਦੇ ਲਈ ਤੇਰਾ ਧੰਨਵਾਦ ਹੈ, ਉਹ ਡਾਕਟਰ ਨੂੰ ਤੌਬਾ ਕਰਨ ਦਾ ਮੌਕਾ ਮਿਲੂਗਾ ਕਿ ਨਹੀਂ? ਹਾਂਜੀ। ਤੇ ਜਦੋਂ ਤੁਹਾਡਾ ਰੰਗ ਪੀਲਾ ਪੈ ਗਿਆ, ਹਾਂਜੀ ਡਾਕਟਰ ਸਾਹਿਬ ਫਟਾਫਟ ਦੱਸੋ ਲਾ ਕੀ ਕੀਮੋ ਕੁਮੋ ਕਰਕੇ ਕਿਤੇ ਕੋਈ ਗੁਜ਼ਾਰਾ ਹੁੰਦਾ ਕਿ ਨਹੀਂ? ਕੋਈ 2-4 ਮਹੀਨੇ ਵੱਧਦੇ ਕਿ ਨਹੀਂ? ਕੋਈ ਫਲਾਣਾ ਹੁੰਦਾ ਕਿ ਨਹੀਂ? ਜਦੋਂ ਤੁਸੀਂ ਇਹ ਦੱਸਿਆ ਤੇ ਉਦੋਂ ਕੀ ਹੋ ਗਿਆ ਭਲਾ? ਵਚਨ ਖਤਮ ਤੁਹਾਡੇ ਜੀਵਨ ਦੇ ਵਿੱਚੋਂ। ਫਿਰ ਕਦੇ ਵੀ 41:10 ਨੂੰ ਨਾ ਪੜ੍ਹੀਓ। ਜਿਸ ਯਹੋਵਾ ਪਰਮੇਸ਼ਵਰ ਨੇ ਵਾਅਦਾ ਕੀਤਾ ਕਿ ਤੂੰ ਨਾ ਡਰ। ਹੁਣ ਨਾ ਡਰਨ ਦਾ ਵੇਲਾ ਇਹਦੇ ਵਿੱਚ। ਹੁਣ ਦੁਆ ਕੀ ਹੈ ਭਲਾ? ਹੁਣ ਦੁਆ ਨਹੀਂ ਕਰਨੀ ਪ੍ਰਭੂ ਜੀ ਕੈਂਸਰ ਕੱਢ ਦੇ, ਮਿਹਨਤ ਵਾਲੀ ਗੱਲ ਆ। ਦੇਖ ਮੇਰੇ ਛੋਟੇ ਛੋਟੇ ਬੱਚਿਆਂ ਤੇ ਤਰਸ ਖਾ, ਮੇਰੀ ਜਨਾਨੀ ਦਾ ਕੀ ਬਣੂਗਾ? ਇਹ ਦੁਬਾਰਾ ਕਿਤੇ ਵਿਆਹ ਹੀ ਨਾ ਕਰਾ ਲਵੇ, ਬਾਅਦ ਵਿੱਚ ਕਿਤੇ ਬੱਚੇ ਨਾ ਰੋਲ ਜਾਣ, ਕਿਤੇ ਫਲਾਨਾ ਦੇ ਟੰਗਾ। ਤੂੰ ਤੇ ਮਰਨਾ ਹੈ, ਤੇਰੀ ਜਨਾਨੀ ਵਿਆਹ ਕਰਾਵੇ ਭਾਵੇਂ ਨਾ ਕਰਾਵੇ, ਤੈਨੂੰ ਕਾਹਦੀ ਚਿੰਤਾ? ਉਹਨੇ ਕੀ ਕਹਿਤਾ ਭਲਾ? ਨਾ ਡਰ। ਜੇ ਤੂੰ ਮਰ ਵੀ ਜਾਵੇਂਗਾ ਨਾ ਈਮਾਨ ਦੇ ਵਿੱਚ, ਤੇਰੇ ਬੱਚਿਆਂ ਦੀ ਤੇ ਤੇਰੀ ਪਤਨੀ ਦੀ ਜ਼ਿੰਮੇਵਾਰੀ ਕਿਹਦੀ ਹੈ ਭਲਾ? ਮੇਰੀ ਜ਼ਿੰਮੇਵਾਰੀ ਆ। ਨੌਮੀ ਅਸਹਾਏ ਹੋਈ ਕਿ ਨਹੀਂ ਹੋਈ? ਜਾ ਕੇ ਪਤੀ ਮਰ ਗਿਆ, ਸਾਰਾ ਗਿਆ। ਪੁੱਤਰ ਮਰ ਗਏ, ਸਾਰਾ ਗਿਆ। ਨੌਮੀ ਵਾਪਸ ਆ ਗਈ ਨਾ, ਆਪਣੇ ਘਰ ਵੱਲ ਨੂੰ ਤੁਰ ਪਈ। ਹਾਂਜੀ। ਜਦੋਂ ਕੁਛ ਨਹੀਂ ਰਿਹਾ ਤੇ ਵਾਪਸ ਤੁਰ ਪਈ, ਤੇ ਉਹਨੂੰ ਪਤਾ ਸੀਗਾ ਜਿੱਧਰ ਨੂੰ ਮੈਂ ਤੁਰਨ ਲੱਗੀ ਨਾ, ਉਹ ਧਰਤੀ ਮੇਰੇ ਪਰਮੇਸ਼ਵਰ ਦੀ ਸਾਨੂੰ ਦਿੱਤੀ ਹੋਈ ਧਰਤੀ ਹੈ। ਤੇ ਬਾਕੀ ਦਾ ਜੀਵਨ ਮੈਂ ਉਸ ਧਰਤੀ ਉੱਤੇ ਗੁਜ਼ਾਰਾਂਗੀ। ਮੇਰਾ ਪਰਮੇਸ਼ਵਰ ਜਿੰਨਾ ਜੀਵਨ ਮੈਨੂੰ ਦੇਊਗਾ ਉਨੇ 'ਚ ਹੀ ਠੀਕ ਹੈ। ਇੱਦਾਂ ਹੋਈ ਨਾ? ਹਾਂਜੀ। ਕੋਈ ਗਿਲਾ ਕੀਤਾ? ਕੋਈ ਗਿਲਾ ਨਹੀਂ। ਤੇ ਸਾਡੇ ਗਿਲੇ ਤਾਂ ਮੁੱਕਦੇ ਹੀ ਨਹੀਂ। ਨਾ ਡਰ। ਡਾਕਟਰ ਨੇ ਕਹਿ ਦਿੱਤਾ ਵੀ ਕੈਂਸਰ ਆ, ਨਾਲ ਹੀ ਤੁਹਾਡਾ ਫੋਨ ਬਾਹਰ ਨਿਕਲਿਆ, ਸਾਰਾ ਹਸਪੀਟਲ ਤੋਂ ਆ ਗਿਆ। ਹੈਲੋ ਕੌਣ ਜੀ? ਸਨੀ ਬੋਲਦਾ। ਹਾਂਜੀ 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 ਸਨੀ ਕੀ ਹਾਲ ਚਾਲ? ਪਾਸਟਰ ਜੀ ਮਾਰੇ ਗਏ। ਕੀ ਹੋਇਆ? ਪਾਸਟਰ ਜੀ ਦੁਆ ਕਰੋ। ਕਾਹਦੇ ਲਈ? ਪਾਸਟਰ ਡਾਕਟਰ ਨੇ ਕੈਂਸਰ ਦੱਸਤਾ। ਪਾਦਰੀ ਨੂੰ ਤੁਹਾਡਾ ਫੋਨ ਕਰਨਾ ਇਸ ਚੀਜ਼ ਦਾ ਸਬੂਤ ਆ ਕਿ ਤੁਸੀਂ ਡਰਪੋਕ ਹੋ। ਕੀ ਹੈ ਭਲਾ? ਤੁਸੀਂ ਡਰਪੋਕ ਹੋ, ਇਸ ਕਰਕੇ ਤੁਹਾਨੂੰ ਡਰਪੋਕ ਨੂੰ ਸਹਾਰੇ ਦੀ ਜ਼ਰੂਰਤ ਹੈ। ਕਿਹਨੂੰ ਭਲਾ? ਜਿਹੜਾ ਡਰਪੋਕ ਹੈ ਨਾ, ਉਹਨੂੰ ਕਿਸੇ ਇਨਸਾਨ ਦੇ ਸਹਾਰੇ ਦੀ ਜ਼ਰੂਰਤ ਆ। ਜਿਹੜਾ ਜਰਾਵਰ ਆ, ਉਹਦੇ ਬਾਰੇ ਵਚਨ 'ਚ ਲਿਖਿਆ ਜਰਾਵਰ ਖਿੱਚ ਕੇ ਲੈ ਜਾਂਦੇ ਆ। ਹਾਲੇਲੂਇਆ। ਹੁਣ ਤੁਹਾਡਾ ਪਾਦਰੀ ਨੂੰ ਫੋਨ ਕਰਨਾ ਤੁਹਾਡੇ ਡਰ ਨੂੰ ਬਿਆਨ ਕਰਦਾ ਆ। ਪਿਛਲੇ ਦਿਨਾਂ ਜਦੋਂ ਬਿਮਾਰ ਹੋਇਆ, ਕਾਫੀ ਹਾਲਤ ਖਰਾਬ ਸੀਗੀ, ਤੇ ਉਹ ਮੇਰੇ ਬ੍ਰਦਰ ਨੂੰ ਪਤਾ ਲੱਗਾ, ਉਹਨੇ ਫੋਨ ਕੀਤਾ ਇੰਡੀਆ ਤੋਂ, ਤੇ ਕਹਿੰਦਾ ਪਾਦਰੀ ਸਾਹਿਬ ਆਏ, ਦੁਆ ਕਰਾਈਏ। ਮੈਂ ਕਿਹਾ ਨਹੀਂ। ਕੀ ਕਿਹਾ ਭਲਾ? ਮੈਂ ਸਾਡੇ ਨਾਲ ਸੀਨੀਅਰ ਆ, ਸਾਡੇ ਘਰ ਆਏ ਹੋਏ ਆ, ਦੁਆ ਕਰਾਉਣਾ ਕੋਈ ਪਾਪ ਥੋੜੀ ਆ। ਕੀ ਕਹਿੰਦਾ ਮੈਨੂੰ ਭਲਾ? ਦੁਆ ਕਰਾਈਏ ਭਲਾ ਕਾਹਦੇ ਲਈ? ਵੀ ਤੁਸੀਂ ਠੀਕ ਹੋਏ। ਮੈਂ ਠੀਕ ਹੋਣ ਦੇ ਲਈ ਦੁਆ ਕਰਨ ਦੀ ਜ਼ਰੂਰਤ ਨਹੀਂ। ਇਹਦੇ ਵਿੱਚ ਮੈਂ ਬਣਿਆ ਰਵਾਂ, ਇਹ ਦੁਆ ਕਰੋ। ਮੈਂ ਆਪਣੇ ਖੁਦਾ ਨੂੰ ਸਿੱਧ ਕਰਨਾ ਹੈ, ਜਿਹਨੇ ਮੈਨੂੰ ਕਿਹਾ ਕੀ ਕਰ ਭਲਾ? ਨਾ ਡਰ, ਕਿਉਂਕਿ ਯੁੱਗਾਂ ਦੇ ਅੰਤ ਤੱਕ ਮੈਂ ਤੇਰੇ। ਤੇ ਹੁਣ ਫਿਰ ਕਾਹਦਾ ਡਰ? ਤੇ ਜੇ ਕਿਤੇ ਮੈਂ ਗਲਤੀਆਂ ਤੁਹਾਡੇ ਲਈ ਦੁਆ ਕਰ ਦਿੱਤੀ, ਬਸ ਸਾਰਾ ਪਰਿਵਾਰ ਇਸੇ ਚੀਜ਼ ਤੇ ਲੱਗ ਜਾਣਾ ਤੁਸੀਂ ਬਾਅਦ 'ਚ।
ਜਦੋਂ ਪ੍ਰੋਬਲਮ ਉਦੋਂ ਯਿਸੂ ਮਸੀਹ ਚੇਤੇ ਨਹੀਂ ਹੋਣਾ ਤੁਹਾਨੂੰ, ਜਿਹਨੇ ਕਿਹਾ ਨਾ ਡਰ। ਤੁਹਾਨੂੰ ਕੌਣ ਚੇਤੇ ਹੋਣਾ ਭਲਾ? ਹਾਂਜੀ, ਪਾਸਟਰਾਂ ਦੀ ਦੁਕਾਨਾਂ ਕਾਹਲੀ ਚੱਲਦੀਆਂ ਪਈਆਂ ਅੱਜ ਭਲਾ? ਕਿਉਂਕਿ ਯਿਸੂ ਮਸੀਹ ਦੀ ਜਗ੍ਹਾ ਲੈ ਕੇ ਬੈਠੇ ਆ, ਔਰ ਸਾਡਾ ਈਮਾਨ ਖੁਦਾ ਦੇ ਨਾਲੋਂ ਉਹਨਾਂ ਦੇ ਉੱਤੇ ਕੀ ਹੋ ਗਿਆ ਭਲਾ? ਜ਼ਿਆਦਾ ਪਿਆ ਆ। ਉਹਨੇ ਕੀ ਕਿਹਾ ਭਲਾ? ਨਾ ਡਰ। ਤੇ ਹੁਣ ਨਾ ਡਰਨ ਦਾ ਤਾਂ ਮਤਲਬ ਇਹ ਆ ਨਾ, ਤੁਹਾਡੀ ਗਵਾਹੀ ਉਸ ਡਾਕਟਰ ਦੇ ਉੱਤੇ ਹੋਣੀ ਚਾਹੀਦੀ ਆ। ਜਦੋਂ ਇਹ ਕਵੇ ਤਾਂ ਤੁਹਾਡੇ ਚਿਹਰਾ ਪੀਲਾ ਨਹੀਂ ਪੈਣਾ ਚਾਹੀਦਾ, ਬਲਕਿ ਤੁਹਾਡੇ ਚਿਹਰੇ ਦੇ ਉੱਤੇ ਇੱਕ ਅਜੀਬ ਖੁਸ਼ੀ ਹੋਣੀ ਚਾਹੀਦੀ ਹੈ। ਖੁਦਾ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਇਸ ਦੁੱਖ ਦੇ ਵਿੱਚੋਂ ਦੀ ਨਿਕਲ ਸਕਾਂ। ਹਾਂਜੀ, ਹਿਜਕੀਆ ਦੀ ਦੁਆ ਨੂੰ ਬਾਅਦ 'ਚ ਫੇਰ ਜਾ ਕੇ ਘਰ ਪੜ੍ਹੀਓ ਤੇ ਦੇਖਿਓ ਉਹਨੇ ਕਿਹਾ ਕੀ ਸੀਗਾ। ਹਿਜਕੀਆ ਨੇ ਕੋਈ ਇਸ ਲਈ ਤਰਲੇ ਨਹੀਂ ਪਾਉਂਦਾ ਪਿਆ ਵੀ ਮਤਲਬ ਵੀ ਮੈਨੂੰ ਤਾਂ ਚੰਗਾ ਕਰ ਦੇ। ਉਹਦੀ ਦੁਆ ਦੇ ਪਿੱਛੇ ਇੱਕ ਕਾਰਨ ਆ। ਉਹਦੀ ਦੁਆ ਬੇਮਾਇਨਾ ਨਹੀਂ ਗੀ, ਸਾਡੀ ਦੁਆ ਬੇਮਾਇਨਾ ਹੁੰਦੀ ਹੈ। ਉਹਦੀ ਦੁਆ ਦੇ ਵਿੱਚ ਇੱਕ ਮੀਨਿੰਗ ਆ। ਜਦੋਂ ਯੂਨਾ ਮੱਛੀ ਦੇ ਪੇਟ ਦੇ ਵਿੱਚ ਦੁਆ ਹੀ ਨਹੀਂ ਕਰਦਾ ਹੁੰਦਾ ਸੀ। ਇਹਦੀ ਕਮਜ਼ੋਰੀ ਭਲਾ ਕੀ ਸੀ? ਯੂਨਾ ਦੁਆ ਕਰਨ ਦੇ ਵਿੱਚ ਬਹੁਤ ਕਮਜ਼ੋਰ ਸੀਗਾ, ਤੇ ਬਾਈਬਲ ਦੀ ਸਭ ਤੋਂ ਖੂਬਸੂਰਤ ਦੁਆ ਕੀਤੀ ਫਿਰ ਮੱਛੀ ਦੇ ਢਿੱਡ ਦੇ ਵਿੱਚ। ਤੇ ਸਾਨੂੰ ਵੀ ਕੀ ਚਾਹੀਦਾ ਭਲਾ? ਸਾਡੇ ਮੂੰਹੋਂ ਵੀ ਚੰਗੀ ਦੁਆ ਨਿਕਲ ਸਕੇ। ਤੇ ਕਦੋਂ ਨਿਕਲਣੀ ਭਲਾ? ਜਦੋਂ ਮੱਛੀ ਦੇ ਢਿੱਡ 'ਚ। ਉੱਦਾਂ ਅਸੀਂ ਸਾਰੀ ਜਿਵੇਂ ਗਲਤ ਦੁਆਵਾਂ ਕਰਦੇ ਹਾਂ, ਕਹਿੰਦੇ ਸਾਨੂੰ ਮੰਗਣਾ ਸਿਖਾ। ਹਾਂਜੀ, ਸਾਡੀਆਂ ਦੁਆਵਾਂ ਹੀ ਗਲਤ ਦਿਸ਼ਾ ਦੀਆਂ ਹੁੰਦੀਆਂ ਆ। ਉਹ ਕਹਿੰਦਾ ਨਾ ਡਰ। ਤੇ ਫਿਰ ਬਿਮਾਰੀ ਦੇ ਵਿੱਚ ਡਰਨਾ, ਬਿਮਾਰੀ ਦੇ ਵਿੱਚ ਹੀ ਤੇ ਅਸੀਂ ਆਪਣੇ ਖੁਦਾ ਨੂੰ ਸਿੱਧ ਕਰਨਾ ਨਾ ਕਿ ਅਸੀਂ ਡਰਪੋਕ ਨਹੀਂ ਆ। ਤੇ ਹੁਣ ਤੇ ਸੁਭਾਵਾਂ ਹੀ ਚੰਗਿਆਈਆਂ ਦੀਆਂ, ਤੇ ਚੰਗਿਆਈਆਂ ਦੀ ਸੁਭਾਵਾਂ ਕਰਕੇ ਅਸੀਂ ਭਲਾ ਕੀ ਸਿੱਧ ਕਰਨਾ ਚਾਹੁੰਦੇ ਆ? ਬੋਲੋ, ਅਸੀਂ ਕੀ ਆ ਭਲਾ? ਚੰਗਿਆਈ ਸੁਭਾਅ 'ਚ ਡਰਪੋਕ ਹੀ ਬੰਦਾ ਜਾਊਗਾ। ਕੈਪਟਨ ਸੈਮੂਅਲ ਦੇ ਆਖਰੀ ਸਮੇਂ ਦੀਆਂ ਵੀਡੀਓ ਉਹਦੇ ਉੱਤੇ ਪਈਆਂ ਜਦੋਂ ਉਹ ਇਸ ਸੰਸਾਰ ਨੂੰ ਛੱਡ ਕੇ ਜਾਣ ਵਾਲੇ ਆ। ਠੀਕ ਹੈ, ਕੀ ਕਹਿੰਦੇ ਆ? ਮੇਰੇ ਆਖਰੀ ਸਾਹ ਤੱਕ ਜਿਹੜਾ ਆ ਕੈਮਰਾ ਮੇਰੇ ਚਿਹਰੇ ਤੋਂ ਹਟਣਾ ਨਹੀਂ ਚਾਹੀਦਾ। ਔਰ ਸੰਤ ਪਲੂਸ ਵਾਂਗੂ ਚੱਲਦਾ ਫਿਰਦਾ ਪੂਰਾ ਸਰੀਰ ਫੋੜਾ ਸੀ ਉਹਨਾਂ ਦਾ, ਜਿੰਨੀਆਂ ਮਾਰਾਂ ਪਈਆਂ ਸੀ। ਕਈ ਵਾਰੀ ਤੇ ਆਪਣੇ ਵੱਲੋਂ ਲੋਕੀ ਮਾਰ ਕੇ ਸੁੱਟ ਗਏ ਸੀ। ਠੀਕ ਹੈ, ਕੰਨਾਂ ਦੇ ਵਿੱਚੋਂ ਦੀ ਮਾੜੀ ਹਵਾ ਵੀ ਜਾਂਦੀ ਸੀ ਨਾ ਤੇ ਸਿਰ ਫਟਣ ਤੇ ਆ ਜਾਂਦਾ ਸੀ। ਇੰਨਾ ਮਤਲਬ ਕਟਾਪਾ ਚੜਿਆ ਹੋਇਆ ਸੀ ਪੂਰੇ ਜੀਵਨ ਦੇ ਵਿੱਚ। ਆਖਰੀ ਸਮੇਂ ਦੇ ਵਿੱਚ ਬਜ਼ੁਰਗੀ ਦੀ ਹਾਲਤ ਵਿੱਚ ਪ੍ਰਚਾਰ ਹੀ ਕਰਦੇ ਪਏ, ਮਰਦੇ ਵੀ ਪ੍ਰਚਾਰ ਹੀ ਕਰੀ ਜਾ ਰਹੇ ਆ, ਤੇ ਕਹਿੰਦੇ ਵੀ ਕੈਮਰਾ ਹਟਾਈਓ ਨਾ ਮੇਰੇ। ਇਹ ਲੋਕਾਂ ਦੇ ਵਿੱਚ ਗਵਾਹੀ ਸਿੱਧ ਹੋਣੀ ਚਾਹੀਦੀ ਹੈ। ਕੱਲ ਨੂੰ ਇਹ ਨਾ ਕਹੇ ਕੈਪਟਨ ਆਖਰੀ ਸਮੇਂ ਦੇ ਵਿੱਚ ਘਬਰਾ ਗਿਆ ਸੀਗਾ, ਕਮਜ਼ੋਰ ਹੋ ਗਿਆ ਸੀ ਤੇ ਹਸਪੀਟਲ ਚਲੇ ਗਿਆ। ਹਾਂਜੀ, ਤੇ ਤੁਸੀਂ ਦੇਖੀ ਨਾ ਵੀਡੀਓ, ਆਖਰੀ ਸਾਹ ਤੱਕ ਵੀਡੀਓ ਬਣਦੀ ਪਈ ਹੈ। ਜਦੋਂ ਜੀਭ ਜਿਹੜੀ ਉਹ ਪੁੱਠੀ ਵੀ ਹੋਣੀ ਸ਼ੁਰੂ ਹੋਈ ਹੈ, ਉਦੋਂ ਵੀ ਖੁਦਾ ਦੇ ਕਲਾਮ ਨੂੰ ਹੀ ਪੇਸ਼ ਕਰੀ ਜਾ ਰਹੇ, ਤੇ ਕਲਾਮ ਦੇ ਨੂੰ ਦੱਸਦੇ ਹੀ ਖੁਦਾ ਦੇ ਕੋਲ ਪਹੁੰਚ ਜਾਂਦੇ ਆ। ਇਹ ਸ਼ਖਸ ਵੀ ਤੇ ਕਹਿ ਸਕਦਾ ਸੀ ਨਾ, ਉਹਦੇ ਘਰਦਿਆਂ ਨੇ ਕਿੰਨਾ ਕੁ ਲੋਕਾਂ ਨੂੰ ਫੋਨ ਕੀਤਾ ਸੀਗਾ, ਕੈਪਟਨ ਸਾਹਿਬ ਦੀ ਹਾਲਤ ਬੜੀ ਖਰਾਬ ਆ ਤੇ ਉਹਨਾਂ ਲਈ ਪ੍ਰਾਰਥਨਾ ਕਰੋ। ਹਾਂਜੀ, ਪਲੂਸ ਨੇ ਕਿੰਨਾ ਕੁ ਕਲੀਸਿਆ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀਗਾ ਵੀ ਹੁਣ ਮੇਰੀ ਧੌਣ ਵੱਢਣ ਲਈ ਲਿਜਾ ਰਹੇ ਆ ਤੇ ਤੁਸੀਂ ਪ੍ਰਾਰਥਨਾ ਕਰਿਓ, ਸ਼ਾਇਦ ਕਿਤੇ ਇਹਨਾਂ ਤੇ ਰਹਿਮ ਆ ਜਾਵੇ ਤੇ ਮੈਨੂੰ ਬਖਸ਼ ਦੇਣ। ਹਾਂਜੀ, ਜਦੋਂ ਆ ਕੇ ਪਲੂਸ ਦੇ ਬਾਰੇ ਭਵਿੱਖਬਾਣੀ ਕੀਤੀ ਰਸੂਲਾਂ ਦੀ ਕਿਤਾਬ 'ਚ, ਉਸ ਬੰਦੇ ਨੇ ਉਹਦਾ ਪਟਕਾ ਲੈ ਕੇ ਤੇ ਆਪਣੀ ਕਮਰ ਨੂੰ ਬੰਨ੍ਹ ਕੇ ਕਿਹਾ ਵੀ ਖੁਦਾ ਨੇ ਮੈਨੂੰ ਦੱਸਿਆ ਆ ਵੀ ਤੇਰੇ ਨਾਲ ਯਰੂਸ਼ਲਮ ਵਿੱਚ ਆਹ ਕੁਛ ਹੋਣ ਵਾਲਾ। ਦੱਸਿਆ ਨਾ ਆ ਕੇ ਪਲੂਸ ਨੂੰ ਵੀ ਤੈਨੂੰ ਬੰਨ੍ਹ ਕੇ ਉਹਨਾਂ ਨੇ ਲੈ ਜਾਣਾ ਤੇ ਤੈਨੂੰ ਬਹੁਤ ਜ਼ਿਆਦਾ ਤਸੀਹੇ ਦੇਣੇ ਆ। ਤੇ ਉੱਥੇ ਸਾਰੇ ਕੀ ਕਰਨ ਲੱਗ ਪਏ ਭਲਾ? ਬਾਕੀ ਜਿਹੜੇ ਬੇਦਿਲ ਸੀਗੇ ਉਹ ਕੀ ਕਰਨ ਲੱਗ ਪਏ? ਰੋਣ ਲੱਗ ਪਏ। ਤੇ ਕੀ ਕਹਿੰਦੇ ਪਲੂਸ ਨੂੰ ਭਲਾ? ਜੇ ਤੇਰੇ ਨਾਲ ਇੱਦਾਂ ਹੋਣ ਵਾਲਾ ਤੇ ਤੂੰ ਕੀ ਕਰ ਭਲਾ? ਖੁਦਾ ਦਰਸ਼ਨ ਦਿਖਾਉਣ ਡਿਆ ਉਹਦੇ ਨਾਲ ਇੱਦਾਂ ਹੋਣ ਵਾਲਾ, ਤੇ ਤੁਸੀਂ ਖੁਦਾ ਦੇ ਦਰਸ਼ਨ ਨੂੰ ਰੋਕਣ ਲਈ ਪ੍ਰਾਰਥਨਾ ਕਰਨ ਦੇ। ਤੇ ਉੱਥੇ ਪਲੂਸ ਨੇ ਕੀ ਕੀਤਾ? ਕਹਿੰਦਾ ਯਾਰ ਤੁਸੀਂ ਕਾਹਦੇ ਲਈ ਆਪਣੀ ਆਪ ਵੀ ਬੇਦਿਲ ਹੁੰਦੇ ਹੋ ਤੇ ਨਾਲੇ ਮੈਨੂੰ ਵੀ ਕਮਜ਼ੋਰ ਕਰਦੇ ਹੋ। ਕਹਿੰਦਾ ਮਸੀਹ ਦੀ ਖਾਤਰ ਬੰਨਿਆ ਜਾਣਾ ਤੇ ਬੜੀ ਛੋਟੀ ਗੱਲ ਆ, ਮੈਂ ਤੇ ਮਰਨ ਨੂੰ ਵੀ ਤਿਆਰ ਆ। ਹਾਲੇਲੂਇਆ। ਇਹ ਕਿਉਂ ਪਲੂਸ ਭਲਾ ਕਹਿ ਰਿਹਾ ਆ? ਉਹਨੂੰ ਇਸ ਵਚਨ ਦੀ ਕਦਰ ਆ ਜਿਹਨੇ ਕਿਹਾ ਨਾ ਡਰ। ਤੇ ਅਸੀਂ ਤਾਂ ਅਮਰੀਕਾ ਦੇ ਵਿੱਚੋਂ ਕਿਤੇ ਕੱਢਦੇ ਨੇ, ਇਸੇ ਡਰ 'ਚ ਹੀ ਮਰੀ ਜਾਂਦੇ। ਜਦੋਂ ਤੁਸੀਂ ਅਮਰੀਕਾ ਨਹੀਂ ਸੀ ਆਏ ਉਦੋਂ ਜੀਂਦੇ ਨਹੀਂ ਸੀ। ਜਦੋਂ ਅਮਰੀਕਾ ਨਹੀਂ ਸੀ ਆਏ ਤੁਸੀਂ ਰੋਟੀ ਪਾਣੀ ਨਹੀਂ ਸੀ ਖਾਂਦੇ। ਉਦੋਂ ਕੱਪੜੇ ਪਹਿਨਣ ਨੂੰ ਨਹੀਂ ਸੀ ਮਿਲਦੇ। ਉਦੋਂ ਛੱਤ ਹੈਗੀ ਨਹੀਂ ਸੀ। ਉਹ ਛੱਤ ਵੀ ਆਪਣੀ ਸੀਗੀ, ਕਿਰਾਏ ਵਾਲੀ ਨਹੀਂ ਸੀ। ਇੱਥੇ ਤਾਂ ਕਿਰਾਏ ਵਾਲੀ ਹੈ।
ਇੰਡੀਆ ਦੀ ਛੱਤ ਆਪਣੀ ਸੀ ਨਾ, ਇੱਥੇ ਤੇ ਕਿਰਾਏ ਦੀ ਛੱਤ ਦੇ ਥੱਲੇ ਆ, ਤੇ ਫਿਰ ਵੀ ਦਿਨ ਰਾਤ ਕੀ ਚਿੰਤਾ ਸਤਾਉਂਦੀ ਹੈ ਕਿਤੇ ਸੱਚ ਬੋਲਣ ਦੇ ਨਾਲ ਕਿਤੇ ਪਵਾੜਾ ਨਾ ਪੈ ਜਾਵੇ। ਕਿਉਂ? ਇਹ ਵਚਨ ਸਾਡੇ ਜੀਵਨ 'ਚ ਪੂਰਾ ਨਹੀਂ ਹੋ ਰਿਹਾ। ਉਹਨੇ ਕਿਹਾ ਨਾ ਡਰ, ਤੇ ਮੈਂ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਉਦੋਂ ਸਿੱਧ ਕਰਾਂਗਾ ਜਦੋਂ ਬਿਮਾਰੀ ਕੈਸੀ ਵੀ ਹੋਵੇ, ਮੇਰੇ ਜੀਵਨ ਦੇ ਵਿੱਚ ਕੋਈ ਡਰ, ਔਰ ਉਸ ਬਿਮਾਰੀ ਦੇ ਲਈ ਮੈਨੂੰ ਕਿਸੇ ਸੇਵਕ ਦੀ ਜ਼ਰੂਰਤ ਨਹੀਂ, ਕਿਉਂਕਿ ਨਵਾਂ ਜਨਮ ਪਾਉਣ ਦੇ ਕਾਰਨ ਮੈਂ ਆਪਣੇ ਪਿਤਾ ਦੇ ਘਰ ਦੇ ਵਿੱਚ ਜਨਮਿਆ ਹਾਂ, ਮੈਂ ਉਹਦਾ ਅੰਸ਼ ਹਾਂ, ਤੇ ਜਿਹਦਾ ਅੰਸ਼ ਹਾਂ ਮੈਂ, ਤੇ ਜਿਸ ਪ੍ਰਭੂ ਯਿਸੂ ਮਸੀਹ ਦਾ ਬਦਨ ਆ, ਉਹ ਪ੍ਰਭੂ ਯਿਸੂ ਮਸੀਹ ਆਪੇ ਆਪਣੇ ਬਦਨ ਦੀ ਚਿੰਤਾ ਕਰੇ। ਮੈਨੂੰ ਉਹਦੇ ਬਾਰੇ ਵਰੀ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਮੈਂ ਜਿਹੜਾ ਮੇਰਾ ਸੀਗਾ ਉਹਨੂੰ ਬਪਤਿਸਮੇ ਦੀ ਸੂਰਤ ਵਿੱਚ ਦਫਨ ਕਰਾਇਆ ਸੀ, ਇਕਰਾਰ ਕਰਕੇ ਤੌਬਾ ਕਰਕੇ ਦਫਨ ਕੀਤਾ ਸੀ। ਆਹ ਜਿਹੜਾ ਮੇਰਾ ਸੀ ਮੈਂ ਤੇਰੀ ਸਮਾਨਤਾ ਦੇ ਵਿੱਚ ਕੀ ਕੀਤਾ? ਦਫਨ ਕੀਤਾ। ਆਹ ਜਿਹੜਾ ਬਾਹਰ ਆ ਰਿਹਾ ਇਹ ਤੇ ਤੂੰ ਆ, ਤੇ ਜਿਹੜਾ ਬਾਹਰ ਆਏ ਕੌਣ ਆ ਭਲਾ? ਯਿਸੂ ਮਸੀਹ ਆ। ਇਹਨੂੰ ਹੁਣ ਕੋਈ ਬਿਮਾਰੀ ਲੱਗੇ, ਇਹਨੂੰ ਕੁਛ ਵੀ ਹੋਵੇ, ਇਹਦੇ ਬਾਰੇ ਮੈਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜਿਹਦਾ ਸਰੀਰ ਆ ਉਹ ਆਪੇ ਇਹਦੀ ਚਿੰਤਾ ਕਰਨ ਦੀ ਕੁਦਰਤ, ਤੇ ਜੇ ਉਹਦੀ ਇੱਛਾ ਇਹੀ ਆ ਕਿ ਮੈਂ ਇਸ ਬਿਮਾਰੀ ਦੇ ਵਿੱਚ ਮਰਨਾ ਆ, ਤੇ ਮੇਰੀ ਪ੍ਰਾਰਥਨਾ ਕੀ ਹੋਣੀ ਚਾਹੀਦੀ ਆ? ਤੇਰੀ ਇਹ ਇੱਛਾ ਮੇਰੇ ਜੀਵਨ ਦੇ ਵਿੱਚ ਪੂਰੀ ਕੀ ਹੋਣੀ ਚਾਹੀਦੀ ਭਲਾ? ਤੇਰੀ ਇਹ ਇੱਛਾ ਮੇਰੇ ਜੀਵਨ ਦੇ ਵਿੱਚ ਪੂਰੀ ਹੋਣੀ ਚਾਹੀਦੀ। ਤੇ ਅਸੀਂ ਤਾਂ ਘਬਰਾ ਜਾਂਦੇ ਹਾਂ। ਕਈਆਂ ਨੂੰ ਕੈਂਸਰ ਵੀ ਨਹੀਂ ਮਾਰ ਸਕਿਆ, ਤੇ ਕਈਆਂ ਨੂੰ ਮਰੋੜ ਹੀ ਲੱਗੇ ਤੇ ਮਰ ਗਏ। ਹਾਂਜੀ, ਢਿੱਡ 'ਚ ਤਕਲੀਫ ਹੋਈ, ਮਰੋੜ ਕਹਿੰਦੇ ਲੱਗੇ ਹੈ ਨਾ, ਫਿਰ ਫਰੇਮਾ ਹੋ ਜਾਂਦਾ ਕਿ ਬੰਦਾ ਮਰ ਜਾਂਦਾ। ਬਹੁਤ ਲੋਕਾਂ ਦੀ ਮੌਤ ਮਰੋੜਾਂ ਦੇ ਨਾਲ ਹੀ ਹੋ ਗਈ, ਤੇ ਬਹੁਤ ਲੋਕੀ ਜਿਹੜੇ ਆ ਉਹ ਟ੍ਰੇਨਾਂ ਦੇ ਥੱਲੇ ਆ ਕੇ ਵੀ ਬਚ ਗਏ। ਤੇ ਵਚਨ ਕੀ ਦੱਸਣਾ ਚਾਹੁੰਦਾ ਹੈ? ਨਾ ਡਰ। ਕਿਉਂ ਨਾ ਡਰ? ਕਿਉਂਕਿ ਮੈਂ ਤੇਰੇ ਸੰਗ ਹੂੰ। ਜਦੋਂ ਡਾਕਟਰ ਤੁਹਾਨੂੰ ਦੱਸ ਰਿਹਾ ਵੀ ਤੁਹਾਨੂੰ ਕੈਂਸਰ ਆ, ਉਦੋਂ ਯਿਸੂ ਮਸੀਹ ਛੱਡ ਗਿਆ? ਯਿਸੂ ਮਸੀਹ ਕਿੱਥੇ ਆ ਭਲਾ? ਸਾਡੇ ਨਾਲ ਆ, ਕਿਉਂਕਿ ਉਹਨੇ ਲਿਖ ਕੇ ਦਿੱਤਾ। ਉਹਨੇ ਇਹ ਨਹੀਂ ਕਿਹਾ ਯੁੱਗਾਂ ਦੇ ਅੰਤ ਤੱਕ ਮੈਂ ਪਾਦਰੀਆਂ ਦੇ ਨਾਲ ਹਾਂ, ਉਹਨੇ ਇਹ ਨਹੀਂ ਕਿਹਾ ਯੁੱਗਾਂ ਦੇ ਅੰਤ ਤੱਕ ਮੈਂ ਅਪੋਸਟਲ ਦੇ ਨਾਲ ਹਾਂ, ਉਹਨੇ ਇਹ ਨਹੀਂ ਕਿਹਾ ਮੈਂ ਨਬੀਆਂ ਦੇ ਨਾਲ ਹਾਂ, ਉਹਨੇ ਇਹ ਨਹੀਂ ਕਿਹਾ ਮੈਂ ਟੀਚਰਾਂ ਦੇ ਨਾਲ ਹਾਂ, ਉਹਨੇ ਇਹ ਨਹੀਂ ਕਿਹਾ ਮੈਂ ਬਹੁਤ ਵੱਡੇ ਵੱਡੇ ਗਿਆਨੀਆਂ ਦੇ ਨਾਲ ਹਾਂ। ਉਹਨੇ ਕੀ ਕਿਹਾ ਭਲਾ? ਯੁੱਗਾਂ ਦੇ ਅੰਤ ਤੱਕ ਮੈਂ ਤੁਹਾਡੇ ਵਿੱਚ ਭਲਾ ਕੌਣ ਕੌਣ ਆ ਗਿਆ? ਸਾਡੇ ਸਾਰਿਆਂ ਦੇ ਨਾਲ ਹੈ ਯੁੱਗਾਂ ਦੇ ਅੰਤ ਤੱਕ ਉਹ। ਤੇ ਜਦੋਂ ਸਾਡੇ ਸਾਰਿਆਂ ਦੇ ਨਾਲ ਆ ਯੁੱਗਾਂ ਦੇ ਅੰਤ ਤੱਕ, ਤੇ ਫਿਰ ਮੈਂ ਡਰਾਂ ਤੇ ਡਰਾਂ ਕਿਉਂ? ਇੱਥੇ ਤੇ ਸਿੱਧ ਕਰਨ ਦਾ ਵੇਲਾ ਆ। ਵਚਨ ਸੁਣਾਉਣਾ ਸੌਖਾ ਹੈ ਕਿ ਉਹਨੇ ਕਿਹਾ ਮੈਂ ਯੁੱਗਾਂ ਦੇ ਅੰਤ ਤੱਕ ਤੁਹਾਡੇ। ਵਚਨ ਸੁਣਾਉਣਾ ਸੌਖਾ, ਭਾਵੇਂ ਮੌਤ ਦੀ ਵਾਦੀ ਵਿੱਚ ਹੋ ਕੇ ਗੁਜ਼ਰਾਂ ਮੈਂ ਨਹੀਂ ਡਰਾਂਗਾ। ਇਹ ਕਹਿਣਾ ਸੌਖਾ ਆ। ਮੌਤ ਦੀ ਵਾਦੀ ਜਦੋਂ ਆਉਂਦੀ ਉਦੋਂ ਪਾਸਟਰ ਰੂਪਲਾਲ ਦੇ ਉਹਨਾਂ ਦੇ ਬਰਦਰ ਨਾ, ਆਪਣੇ ਮੈਨੂੰ ਪੂਰਾ ਨਾਮ ਨਹੀਂ ਪਤਾ, ਅਸੀਂ ਹੁਣ ਬੱਬੂ ਕਹਿੰਦੇ ਹੁੰਦੇ, ਤੇ ਪਾਸਟਰ ਮਨੀਰ ਸਾਹਿਬ ਆਪਣੇ ਤਜਰਬੇ ਦੱਸਦੇ ਪਏ ਸੀ ਵੀ ਸ਼ੁਰੂ ਵਿੱਚ ਜਦੋਂ ਮੈਂ ਮਤਲਬ ਸੇਵਾ ਸ਼ੁਰੂ ਕੀਤੀ, ਮੈਂ ਕਿੱਦਾਂ ਪ੍ਰਾਰਥਨਾਵਾਂ ਕਰਦਾ ਹੁੰਦਾ ਸੀ। ਕਈ ਵਾਰੀ ਪੱਕੀ ਕਣਕ ਦੇ ਵਿੱਚ ਬਹਿ ਕੇ ਪੂਰੀ ਧੁੱਪ ਦੇ ਵਿੱਚ ਜਾ ਕੇ ਉੱਥੇ ਦੁਆ ਕਰਨੀ, ਵੀ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਮਤਲਬ ਵੀ ਮੈਂ ਹਰੇਕ ਤੰਗੀ ਦੇ ਵਿੱਚੋਂ ਦੀ ਕੱਢ ਕੇ ਦੇਖਾਂ, ਤੇ ਕਮਾਦਾਂ ਦੇ ਵਿੱਚ ਕਹਿੰਦੇ ਜਾ ਕੇ ਮੈਂ ਪ੍ਰਾਰਥਨਾਵਾਂ ਕਰਨੀ। ਤੇ ਬਾਅਦ ਜਦੋਂ ਅਸੀਂ ਵਾਪਸ ਆ ਰਹੇ ਸੀਗੇ ਤੇ ਕਾਰ 'ਚ ਬੈਠਾ ਸਾਡੇ ਨਾਲ ਕਹਿੰਦਾ ਪਾਸਟਰ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਸੀ। ਕਹਿੰਦਾ ਉੱਧਰੋਂ ਅਸੀਂ ਕਮਾਦ 'ਚ ਬੈਠੇ ਪ੍ਰਾਰਥਨਾ ਕਰਦੇ, ਉਦੋਂ ਖੜੱਪਾ ਸੱਪ ਆ ਜਾਵੇ। ਵਚਨ ਕੀ ਸੁਣਾਉਣਾ ਭਲਾ? ਭਾਵੇਂ ਮੈਂ ਮੌਤ ਦੀ ਵਾਦੀ ਦੇ ਵਿੱਚ ਹੋ ਕੇ ਗੁਜ਼ਰਾਂ ਮੈਂ ਨਹੀਂ ਡਰਾਂ। ਖੜੱਪੇ ਸੱਪ ਕੋ ਤੂੰ ਡਰਨ ਡਿਆ? ਹਾਂਜੀ। ਤੇ ਅੱਜ ਕੱਲ੍ਹ ਤੇ ਪ੍ਰਾਰਥਨਾ ਦੇ ਲਈ ਵੀ ਬੜੇ ਵਧੀਆ ਹਾਲ ਬਣਾਏ ਜਾਂਦੇ ਆ। ਡੰਨ ਲੱਪ ਦੇ ਗੱਦੇ ਥੱਲੇ ਪਾਏ ਜਾਂਦੇ, ਪੂਰੀ ਐਸ਼ੋ ਆਰਾਮ ਦੀ ਪ੍ਰਾਰਥਨਾ। ਯੂਹੰਨਾ ਨੂੰ ਖੁਦਾ ਚਾਹੁੰਦਾ ਤੇ ਮਹਿਲ ਦੇ ਵਿੱਚ ਜਨਮ ਦਵਾ ਕੇ ਤੇ ਮਹਿਲ ਦੇ ਵਿੱਚੋਂ ਪ੍ਰਚਾਰ ਕਰਵਾ ਸਕਦਾ ਸੀ। ਕਿੱਥੇ ਲਿਆ ਕੇ ਖੜਾ ਕੀਤਾ ਭਲਾ? ਜੰਗਲ ਦੇ ਵਿੱਚ, ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਬਪਤਿਸਮਾ ਦੇਣ ਵਾਲਾ ਆ। ਖੜਾ ਕਿਤੇ ਕੀਤਾ? ਖਾਂਦਾ ਕੀ ਸੀ? ਖੁਰਾਕ ਕੀ ਸੀ? ਟਿੱਡੀਆਂ ਤੇ ਤੇ ਪ੍ਰਭੂ ਕੀ ਕਹਿੰਦਾ? ਕਹਿੰਦਾ ਤੁਸੀਂ ਜੰਗਲ 'ਚ ਕਿਹਨੂੰ ਦੇਖਾਂਗੇ? ਇਸੇ ਇੱਕ ਹਿਲਦੇ ਹੋਏ ਕਾਨੇ ਨੂੰ। ਸੋ ਵਚਨ ਨੂੰ ਅਗਰ ਅਸੀਂ ਚਾਹੁੰਦੇ ਆਪਣੇ ਜੀਵਨ ਦੇ ਵਿੱਚ ਸਿੱਧ ਕਰਨਾ, ਤੇ ਫਿਰ ਇਹਨਾਂ ਪਰਿਸਥਿਤੀਆਂ ਦੇ ਵਿੱਚ ਅਸੀਂ ਉਸ ਮੁਸੀਬਤ ਦਾ ਸਾਹਮਣਾ
ਕਰਨ ਦੇ ਲਈ ਬੁਲਾਏ ਗਏ ਆ, ਮੁਸੀਬਤਾਂ ਤੋਂ ਭੱਜਣ ਦੇ ਲਈ ਜਾਂ ਮੁਸੀਬਤਾਂ ਦੇ ਲਈ ਦੁਆਵਾਂ ਕਰਾਉਣ ਵਾਸਤੇ ਨਹੀਂ। ਕਹਿੰਦਾ ਸਰੀਰ ਆਤਮਾ ਦੇ ਤੇ ਆਤਮਾ ਸਰੀਰ ਦੇ ਵਿਰੁੱਧ ਆ, ਤਾਂ ਜੋ ਤੁਸੀਂ ਚਾਹੁੰਦੇ ਹੋ ਸੋ ਨਾ ਕਰੋ। ਆਤਮਾ ਸਰੀਰ ਦੇ ਵਿਰੁੱਧ ਤੇ ਸਰੀਰ ਤਾਂ ਜੋ ਤੁਸੀਂ ਚਾਹੁੰਦੇ ਹੋ ਸੋ, ਉਹ ਦੋਨੇ ਹੀ ਚਾਹੁੰਦੇ ਆ। ਆਤਮਾ ਵੀ ਚਾਹੁੰਦਾ ਹੈ ਤੇ ਸਰੀਰ ਦੀ ਇੱਛਾ ਵੀ ਚਾਹੁੰਦੀ ਹੈ। ਸਰੀਰ ਦੀ ਇੱਛਾ ਕੀ ਚਾਹੁੰਦੀ ਹੈ ਕਿ ਆਤਮਾ ਦੇ ਵਿੱਚ ਜਾ ਕੇ ਉਹ ਕੰਮ ਨਾ ਕਰੇ ਜਿਹੜੇ ਭਲੇ ਆ, ਤੇ ਆਤਮਾ ਕੀ ਚਾਹੁੰਦਾ, ਇਹ ਸਰੀਰ ਦੀ ਇੱਛਾ ਦਾ ਗੁਲਾਮ ਹੋ ਕੇ ਉਹ ਕੰਮ ਨਾ ਕਰੇ ਜਿਹੜੇ ਇਹਦੇ ਬਰਬਾਦੀ ਦਾ ਆ। ਤੇ ਦੋਨਾਂ ਦੀ ਲੜਾਈ ਕਿਹਦੀ ਹੋ ਰਹੀ ਹੈ? ਸਰੀਰਕਤਾ ਦੀ ਲੜਾਈ ਆਤਮਾ ਦੇ ਖਿਲਾਫ ਤੇ ਆਤਮਾ ਦੀ ਲੜਾਈ ਸਰੀਰ ਦੇ ਖਿਲਾਫ। ਹਾਂਜੀ, ਇਹ ਦੋਨਾਂ ਦੀ ਇੱਕ ਦੂਜੇ ਦੇ ਖਿਲਾਫ ਲੜਾਈ ਹੈ ਜਾਂ ਕਿ ਇਹਦੇ ਵਿੱਚ ਵੀ ਕੋਈ ਫਸਿਆ ਹੋਇਆ ਲੜਾਈ? ਭਲਾ ਕਿ ਬੋਲੋ, ਮੈਂ ਤੁਹਾਨੂੰ ਤਸਵੀਰ ਦਿਖਾਉਣਾ ਫਿਰ ਦੁਆ ਕਰਦੇ ਹਾਂ। ਹਾਂਜੀ, ਇਹ ਹੈ ਜੀ ਲੜਾਈ। ਵਿਚਲੇ ਜਿਹੜੇ ਦੋ ਆ ਘੇਰੇ, ਪਹਿਲਾ ਘੇਰਾ ਜਿਹੜਾ ਨਿਊ ਮੈਨ ਤੇ ਦੂਸਰਾ ਘੇਰਾ ਜਿਹੜਾ ਵਾਈਟ ਵਾਲਾ ਦੇਖਦੇ ਹੋ। ਹਾਂਜੀ, ਇਹ ਹੈ ਨਵੇਂ ਜਨਮ ਦੀ ਨਿਸ਼ਾਨੀ। ਪਰਮੇਸ਼ਵਰ ਦਾ ਬੀਜ, ਕਲਾਮ ਦਾ ਬੀਜ ਤੇ ਪਾਕ ਰੂਹ, ਹੈ ਨਾ। ਤੇ ਇਹਦੇ ਵਿੱਚ ਜਿਹੜਾ ਆਇਆ ਆ, ਇਹ ਭਲਾ ਕੌਣ ਕੌਣ ਆ? ਸਰੀਰ ਪ੍ਰਾਣ ਤੇ ਸਰੀਰ ਪ੍ਰਾਣ ਤੇ ਆਤਮਾ। ਤੇ ਉਸ ਤੋਂ ਬਾਅਦ ਦੁਸ਼ਮਣ ਕੌਣ ਹੈ ਭਲਾ? ਸਰੀਰ ਦੀ ਇੱਛਾ। ਹੁਣ ਸਰੀਰ ਦੀ ਇੱਛਾ ਜਿਹੜੀ ਆ ਉਹ ਕਿਹਦੇ ਖਿਲਾਫ ਆ? ਤੇ ਆਤਮਾ ਕਿਹਦੇ ਖਿਲਾਫ ਆ? ਲੜਾਈ ਕਿਹਦੀ? ਬੋਲੋ ਜੀ। ਸਰੀਰ ਦੀ ਤੇ ਆਤਮਾ ਦੀ ਲੜਾਈ। ਚਲੋ ਉਹਦਾ ਸ਼ਾਰਟ ਵਿੱਚ ਸਮਝਾ ਦਿੰਦੇ ਆ। ਲੜਾਈ ਸਾਡੀ ਹੈ ਕਿ ਪਰਮੇਸ਼ਵਰ ਦੀ ਹੈ? ਹਾਂਜੀ, ਅੰਡਰਸਟੈਂਡ ਕਰੋ, ਫਿਰ ਆਪਾਂ ਦੁਆ ਕਰਨ ਲੱਗੇ। ਹੁਣ ਸਮਝੋ ਗੱਲ ਨੂੰ, ਲੜਾਈ ਸਾਡੀ ਆ ਕਿ ਪਰਮੇਸ਼ਵਰ ਦੀ ਹੈ? ਫਿਰ ਗਾਣਾ ਕੱਲ ਹੀ ਗਾਉਂਦੇ ਨੇ, ਜੰਗ ਜਿਨ੍ਹਾਂ ਦੀ ਲੜਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ। ਗਾਣਾ ਬਣ ਗਿਆ ਨਾ। ਹਾਂਜੀ, ਕਿ ਸੱਚਮੁੱਚ ਲੜਦਾ ਆ? ਹਾਂਜੀ, ਆਤਮਾ ਡਾਇਰੈਕਟ ਜਿਹੜਾ ਆ ਉਹ ਸਰੀਰ ਦੀ ਇੱਛਾ ਉੱਤੇ ਅਟੈਕ ਕਰਦਾ ਆ, ਜਾਂ ਕਿ ਆਤਮਾ ਸਰੀਰ ਪ੍ਰਾਣ ਤੇ ਬਾਡੀ ਨੂੰ ਮਦਦ ਕਰਦਾ ਆ ਸਰੀਰ ਦੀ ਇੱਛਾ ਦੇ ਖਿਲਾਫ ਲੜਨ ਦੇ ਲਈ? ਕਮਾਂਡ ਹੀ ਦਿੰਦਾ, ਬਾਕੀ ਕਰਨਾ ਸਰੀਰ ਨਹੀਂ ਪੈਂਦਾ। ਹਾਂਜੀ, ਹੁਣ ਤੇ ਇੱਕ ਵਾਰੀ ਕਹਿਣਾ ਹੀ ਆ, ਰੁਕ ਜਾ ਆਖਰ ਤਿੰਨ ਵਾਰੀ ਕਹਿ ਦੂ। ਚਲੋ ਉਸੇ ਗਾਣੇ ਨੂੰ ਫਿਰ ਦੁਬਾਰਾ ਕਰ ਲੈਨੇ। ਜੰਗ ਜਿਨ੍ਹਾਂ ਦੀ ਲੜਦਾ ਯਹੋਵਾ, ਨਹੀਂ, ਜੰਗ ਜਿਨ੍ਹਾਂ ਦੀ ਲੜਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ। ਉਹ ਜੰਗ ਕਦੇ, ਤੇ ਫਿਰ ਜੰਗ ਕਿਹਦੀ ਲੜਦਾ? ਹਾਂਜੀ, ਜਿਹੜੇ ਉਹਦੀ ਇੱਛਾ ਦੇ ਅਨੁਸਾਰ ਚੱਲਦੇ ਆ ਉਹਨਾਂ ਦੀ ਪਰਮੇਸ਼ਵਰ ਕੀ ਕਰਦਾ ਭਲਾ? ਜੰਗ ਲੜਦਾ ਆ। ਅਸਲ ਵਿੱਚ ਲੜਦਾ ਨੀਗਾ। ਉਹ ਤਾਂ ਪਹਿਲਾਂ ਜਿੱਤਿਆ ਹੋਇਆ। ਪਰਮੇਸ਼ਵਰ ਨੇ ਕਹਿੰਦੇ ਨਾਲ ਲੜਨਾ? ਪਰਮੇਸ਼ਵਰ ਦੇ ਨਾਲ ਕਿਹਦੀ ਜ਼ਰੂਰਤ ਆ ਜਿਹੜਾ ਲੜੇ? ਉਹ ਤਾਂ ਪਹਿਲਾਂ ਜਿੱਤਿਆ। ਹਾਂਜੀ, ਤੇ ਫਿਰ ਕੋਈ ਨਾ ਕੋਈ ਤੇ ਚੱਕਰ ਹੈਗਾ ਨਾ ਵਿੱਚ ਜਿਹੜਾ ਸਾਨੂੰ ਸਮਝ ਆਉਂਦਾ। ਇਹੀ ਸਮਝਣ ਦੇ ਲਈ ਸਾਨੂੰ ਬੁਲਾਇਆ ਗਿਆ ਆ। ਤੇ ਇਸੇ ਚੀਜ਼ ਨੂੰ ਅਸੀਂ ਅਗਲੀ ਵਾਰੀ ਬੜੀ ਹੀ ਤਸੱਲੀ ਦੇ ਨਾਲ ਤੇ ਬਰੀਕੀ ਦੇ ਨਾਲ ਸਮਝਾਂਗੇ। ਜੰਗ ਸਾਡੀ ਆ, ਲੜਦਾ ਪਰਮੇਸ਼ਵਰ ਆ, ਲੇਕਿਨ ਉਹ ਜੰਗ ਜਿਹੜੀ ਸਾਡੀ, ਪਰਮੇਸ਼ਵਰ ਕਿਵੇਂ ਲੜਦਾ ਆ? ਜਿੱਦਾਂ ਅਸੀਂ ਕਿਹਾ ਕਿ ਪਰਮੇਸ਼ਵਰ ਰਾਖੀ ਕਰਦਾ ਆ, ਪਰ ਕੀ ਸੱਚਮੁੱਚ ਉਸੇ ਤਰ੍ਹਾਂ ਰਾਖੀ ਕਰਦਾ ਜਿੱਦਾਂ ਅੱਜ ਕਲੀਸਿਆ ਨੂੰ ਦੱਸਿਆ ਜਾਂਦਾ, ਜਾਂ ਕਿ ਰਾਖੀ ਦਾ ਮਤਲਬ ਕੁਝ ਹੋਰ ਆ? ਉਸੇ ਤਰ੍ਹਾਂ ਪਰਮੇਸ਼ਵਰ ਸਾਡੀ ਜੰਗ ਲੜਦਾ ਆ, ਤੇ ਜਿੱਦਾਂ ਦੱਸਿਆ ਜਾਂਦਾ ਉਦਾਂ ਹੀ ਜੰਗ ਲੜਦਾ ਆ। ਜਿੱਦਾਂ ਉਹਨੇ ਇਸਰਾਇਲ ਦੇ ਲਈ ਲੜੀ ਸੀ ਉਦਾਂ ਜੰਗ ਲੜਦਾ ਆ, ਜਾਂ ਕਿ ਲੜਾਈ ਦਾ ਤਰੀਕਾ ਕੁਝ ਹੋਰ ਆ ਆਤਮਿਕ ਲੋਕਾਂ ਦੇ ਵਾਸਤੇ? ਸੋ ਜਦੋਂ ਇਹ ਚੀਜ਼ਾਂ ਅਸੀਂ ਸਮਝਾਂਗੇ ਨਾ, ਉਦੋਂ ਅਸੀਂ ਯਿਸੂ ਮਸੀਹ ਦੇ ਸੱਚੇ ਸਿਪਾਹੀ ਬਣਾਂਗੇ। ਤੇ ਉਸ ਸਿਪਾਹੀ ਦੇ ਲਈ ਫਿਰ ਹੁਕਮ ਆ ਕਿ ਕੋਈ ਸਿਪਾਹਗਿਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਦੇ ਵਿੱਚ ਨਹੀਂ ਫਸਾਉਂਦਾ। ਤੇ ਜੇ ਉਹ ਸੰਸਾਰ ਦੇ ਵਿਹਾਰਾਂ ਵਿੱਚ ਆਪਣੇ ਫਸਾਉਂਦਾ ਆ, ਤੇ ਫਿਰ ਉਹ ਯਿਸੂ ਮਸੀਹ ਦਾ ਸਿਪਾਹੀ ਨਹੀਂ। ਤੇ ਫਿਰ ਵੀ ਉਹ ਇਹ ਨਾ ਹੁੰਦਿਆਂ ਹੋਇਆ ਵੀ ਆਪਣੇ ਸਿਪਾਹੀ ਕਹਿੰਦਾ, ਫਿਰ ਡਬਲ ਜੁਰਮ ਕਰ ਰਿਹਾ। ਉਹ
ਡਬਲ ਗੁਨਾਹ ਕਰ ਰਿਹਾ ਆ, ਕਿਉਂਕਿ ਸਿਪਾਹੀ ਹੈਗਾ ਨਹੀਂਗਾ ਤੇ ਸਿਪਾਹੀ ਦੱਸਣ ਦੀ ਕੋਸ਼ਿਸ਼ ਕਰਦਾ ਆ। ਇਹਨਾਂ ਚੰਗਾ ਉਹਨੂੰ ਮੰਨ ਲੈਣਾ ਚਾਹੀਦਾ, ਸਰਵਜਨਕ ਤੌਰ ਤੇ ਕਹਿ ਦੇਣਾ ਚਾਹੀਦਾ ਨਹੀਂ ਭਾਈ ਮੈਂ ਨਹੀਂ ਯਿਸੂ ਮਸੀਹ ਦਾ ਸਿਪਾਹੀ, ਕਿਉਂਕਿ ਜਦੋਂ ਮੈਂ ਸਿਪਾਹਗਿਰੀ ਕਰਦੇ ਹੋਏ ਸਿਪਾਹਗਿਰੀ ਦੇ ਕਾਨੂੰਨਾਂ ਨੂੰ ਪੂਰਾ ਹੀ ਨਹੀਂ ਕਰਦਾ ਤੇ ਫਿਰ ਮੈਂ ਕਾਹਦਾ ਸਿਪਾਹੀ? ਸਿਪਾਹੀ ਕਹਾਉਣ ਦਾ ਤੇ ਹੱਕ ਉਹਨੂੰ ਨਾ ਜਿਹੜਾ ਸਿਪਾਹਗਿਰੀ ਦੇ ਕਾਨੂੰਨਾਂ ਨੂੰ ਪੂਰਾ ਕਰਦਾ ਹੋਵੇ। ਤੁਸੀਂ ਇੰਡੀਆ 'ਚ ਹੁਣ ਦੇਖਿਆ ਹੀ ਆ, ਲੀਡਰਾਂ ਦੇ ਤਲਵੇ ਚੱਟਣ ਦੀ ਪੁਲਿਸ, ਅਮੀਰ ਜਾਦਿਆਂ ਦੇ ਤਲਵੇ ਚੱਟਣ ਦੀ ਪੁਲਿਸ, ਠੀਕ ਹੈ। ਤੇ ਨੌਕਰੀ ਦੇ ਵੇਲੇ ਸਹੁੰ ਭਲਾ ਕਿਹਦੀ ਖਾਈ ਗਈ ਹੈ? ਰਾਸ਼ਟਰਪਤੀ ਦਾ ਅਧਿਕਾਰ ਦਿੱਤਾ ਗਿਆ ਆ, ਸਹੁੰ ਇਹ ਖਵਾਈ ਗਈ ਆ ਤੁਸੀਂ ਇਸ ਦੇਸ਼ ਦੀ ਜਨਤਾ ਦੀ ਰਖਵਾਲੀ ਕਰਨੀ ਆ। ਉੱਥੇ ਇਹ ਨਹੀਂ ਦੱਸਿਆ ਗਿਆ ਗਰੀਬ ਅਮੀਰ ਦੀ ਰਖਵਾਲੀ ਕਰਨੀ, MLA ਦੀ ਰਖਵਾਲੀ ਕਰਨੀ ਹੈ, ਜਾਂ ਤੁਸੀਂ ਇੱਕ ਕੌਂਸਲਰ ਦੀ ਰਖਵਾਲੀ ਕਰਨੀ, ਜਾਂ ਸਰਪੰਚ ਦੀ ਰਖਵਾਲੀ ਕਰਨੀ। ਉੱਥੇ ਕੀ ਕਿਹਾ ਗਿਆ ਭਲਾ? ਤੁਸੀਂ ਦੇਸ਼ ਦੇ ਹਰ ਇੱਕ ਉਸ ਨਾਗਰਿਕ ਦੀ ਰਖਵਾਲੀ ਕਰਨਾ ਤੁਹਾਡਾ ਫਰਜ਼ ਆ ਜਿਹਦੇ ਉੱਤੇ ਜ਼ੁਲਮ ਹੋ ਰਿਹਾ ਆ। ਇਦਾਂ ਹੀ ਹੈ ਨਾ। ਸੋ ਹੁਣ ਆ ਗਈ ਗੱਲ ਫਿਰ ਸਾਡੀ ਉੱਥੇ ਵੀ ਪਰਮੇਸ਼ਵਰ ਸਾਡੀ ਲੜਾਈ ਲੜਦਾ ਆ, ਲੇਕਿਨ ਕੀ ਲੜਾਈ ਸਾਡੀ ਆ ਕਿ ਪਰਮੇਸ਼ਵਰ ਦੀ ਆ? ਪਰਮੇਸ਼ਰ ਲੜਾਈ ਕਰ ਰਹੀ ਹੋਵੇ ਤੇ ਲੜਦਾ ਕੌਣ? ਤੇ ਫਿਰ ਸਾਡਾ ਫਰਜ਼ ਕੀ ਬਣਦਾ ਭਲਾ? ਅਸੀਂ ਸੱਚੇ ਸਿਪਾਹੀ ਵਾਂਗੂ ਸਿਪਾਹੀ ਦੇ ਲਈ ਜੋ ਕਾਨੂੰਨ ਆ ਉਹਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰੀਏ। ਬਾਕੀ ਸਾਰਾ ਕੰਮ ਪਰਮੇਸ਼ਵਰ ਆਪੇ ਕਰੂਗਾ। ਆਪਣੀ ਅੱਖਾਂ ਬੰਦ ਕਰਦੇ ਹਾਂ, ਸਿਰਾਂ ਝੁਕਾਉਂਦੇ ਹਾਂ। ਵਤਨ ਸਿਉ ਨਹੀਂ ਸਾਡਾ ਯਾਰੋ, ਅਸਲ ਠਿਕਾਣਾ ਏ, ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗ ਜਾਣਾ ਏ, ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗ ਜਾਣਾ ਏ। ਵਤਨ ਸਿਉ ਨਹੀਂ ਸਾਡਾ ਯਾਰੋ, ਵਤਨ ਸਿਉ ਨਹੀਂ ਸਾਡਾ ਯਾਰੋ, ਅਸਲ ਠਿਕਾਣਾ ਏ, ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗ ਜਾਣਾ ਏ, ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗ ਜਾਣਾ ਏ। ਇਹ ਕਰ ਸਾਡਾ ਠਹਿ ਜਾਣਾ ਤੇ ਉਹ ਕਰ ਸਾਡਾ ਪੱਕਾ, ਇਹ ਕਰ ਸਾਡਾ ਠਹਿ ਜਾਣਾ ਤੇ ਉਹ ਕਰ ਸਾਡਾ ਪੱਕਾ। ਦੁਨੀਆ ਤੋਂ ਮੈਂ ਨਜ਼ਰ ਹਟਾ ਕੇ ਅੱਖ ਉਸ ਘਰ ਤੇ ਰੱਖਾਂ, ਦੁਨੀਆ ਤੋਂ ਮੈਂ ਨਜ਼ਰ ਹਟਾ ਕੇ ਅੱਖ ਉਸ ਘਰ ਤੇ ਰੱਖਾਂ। ਮੰਜ਼ਿਲ ਸਾਡੀ ਜੰਨਤ ਹੈ ਤੇ, ਮੰਜ਼ਿਲ ਸਾਡੀ ਜੰਨਤ ਹੈ ਤੇ, ਯਸੂ ਨਿਸ਼ਾਨਾ ਏ, ਇੱਥੇ ਮਨ ਨਾ ਲਾਇਓ ਪਾਇਓ, ਜੇ ਸਵਰਗ ਜਾਣਾ ਏ, ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗ ਜਾਣਾ ਏ, ਅਸੀਂ ਸਵਰਗ ਜਾਣਾ ਏ, ਅਸੀਂ ਸਵਰਗ ਜਾਣਾ ਏ, ਅਸੀਂ ਸਵਰਗ ਜਾਣਾ ਏ। ਪਿਆਰੇ ਖੁਦਾ ਤੇਰਾ ਧੰਨਵਾਦ ਕਰਦੇ ਹਾਂ ਤੇਰੇ ਅੱਜ ਦੇ ਇਸ ਨੇਕ ਵਚਨਾਂ ਦੇ ਵਾਸਤੇ ਖੁਦਾਵੰਦ, ਜਿਹੜੀਆਂ ਵੀ ਜ਼ਿੰਦਗੀਆਂ 'ਚ ਬੀਜਿਆ ਗਿਆ ਖੁਦਾਵੰਦ 100 ਗੁਣਾ ਫਲ ਲਾਵੇ ਖੁਦਾਵੰਦ। ਹਰੇਕ ਜ਼ਿੰਦਗੀ ਤੇਰੇ ਮਨਸੂਬਿਆਂ ਨੂੰ, ਤੇਰੀ ਇੱਛਾ ਨੂੰ ਸਮਝੇ ਔਰ ਉਹਨੂੰ ਪੂਰਾ ਕਰਨ ਵਾਲੀ ਹੋ ਜਾਏ ਖੁਦਾਵੰਦ। ਤੇਰੇ ਕਲਾਮ ਦਾ ਬੀਜਾ ਹੈ, ਇਹ ਬੀਜ ਵਿਅਰਥ ਨਾ ਜਾਵੇ ਬਲਕਿ 100 ਗੁਣਾ ਫਲ ਲਿਆਵੇ ਖੁਦਾਵੰਦ। ਤੇਰੇ ਲੋਕਾਂ ਨੂੰ ਤੇਰੇ ਮੁਬਾਰਕ ਹੱਥਾਂ 'ਚ ਦਿੰਦੇ ਆ, ਤੇਰੀ ਨੇਕ ਇੱਛਾ ਨੂੰ ਹਰੇਕ ਜ਼ਿੰਦਗੀ ਦੇ ਲਈ ਮੰਗ ਲੈਂਦੇ ਆ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ। ਆਮੀਨ, ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਕੀ। ਖੁਦਾ ਤੁਹਾਨੂੰ ਆਸ਼ੀਸ਼ ਦੇਵੇ।